ਤਨਾਸਰੀ ਮਹੱਲਾ ਪੰਜਵਾ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਓਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਓਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਸ ਸਦਾ ਸੁਖ ਮਨ ਮਹਿ। ਸਤਿਗੁਰ ਪੂਰਾ ਪਾਇਓ ਰਹਾਉ, ਗੁਣ ਨਿਧਾਨ ਰਿਦ ਭੀਤਰ ਵਸਿਆ। ਤਾ ਦੁਖ ਭਰਮ ਭਉ ਭਾਗਾ, ਭਈ ਪ੍ਰਾਪਤ ਵਸਤ ਅਗੋਚਰ। ਰਾਮ ਨਾਮ ਰੰਗ ਲਾਗਾ, ਚਿੰਤ ਅਚਿੰਤਾ ਸੋਚ ਅਸੋਚਾ। ਸੋਗ ਲੋਭ ਮੋਹ ਥਾਕਾ, ਹਉਮੈ ਰੋਗ ਮਿਟੇ ਕਿਰਪਾ ਤੇ। ਜਮ ਤੇ ਭਏ ਬਿਬਾਕਾ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਣੀ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ। ਤਿਸ ਗੁਰ ਕੈ ਕੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਪ੍ਰਬੰਧਕਾਂ ਦੇ ਸੁਚਿਆਰੇ ਉਦਮ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਔਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਜੋ ਮਸੰਦਾਂ ਦਾ ਪ੍ਰਸੰਗ ਚੱਲ ਰਿਹਾ ਹੈ, ਉਹ ਵਿਚਾਰਾਂ ਸ਼ਰਵਣ ਕਰਦੇ ਆ ਰਹੇ ਹੋ। ਪਹਿਲਾਂ ਭਾਵੇਂ ਇਹ ਪ੍ਰਥਾ ਜਦੋਂ ਆਰੰਭ ਕੀਤੀ ਸੀ ਬੜੀ ਸ਼ੁੱਧ ਸੀ, ਪਵਿੱਤਰ ਸੀ। ਉਹ ਗੁਰਸਿੱਖ ਨਾਮ ਬਾਣੀ ਵਾਲੇ ਸੀ, ਗੁਰੂ ਮਹਾਰਾਜ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਸੀ। ਜਦੋਂ ਫਿਰ ਉਹ ਸੁਤੰਤਰ ਤੌਰ ਤੇ ਮਾਇਆ ਖੁੱਲ੍ਹੀ ਆਉਣ ਲੱਗ ਪਈ, ਲੱਭ ਬਣਾਹੇ ਮਾਨਸਾ ਜਿਉਂ ਪਾਣੀ ਬੂਰਾ ਪਾਣੀ ਚੋਂ ਪੈਦਾ ਹੁੰਦਾ ਤੇ ਪਾਣੀ ਨੂੰ ਢੱਕ ਲੈਂਦਾ ਹੈ। ਉਹਦੇ ਅੰਦਰ ਕਈ ਤਰ੍ਹਾਂ ਦੇ ਦੋਸ਼ ਜਿਹੜੇ ਹੈ ਪੈਦਾ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਨੇ ਲਿਖਿਆ, ਧਰਮਸ਼ਾਲਾ ਕੀ ਝਾਕ ਬੇਖੰਡੂ ਪਾਜ। ਜਿਵੇਂ ਖੰਡ ਵਿੱਚ ਜ਼ਹਿਰ ਮਿਲੀ, ਉਹ ਲੱਗਦੀ ਤਾਂ ਸਵਾਦ ਹੈ, ਪਰ ਅੰਦਰ ਜਾ ਕੇ ਨੁਕਸਾਨ ਕਰਦੀ ਹੈ।
ਜਪ ਤਪ ਜਿਹੜਾ ਸੀ ਉਹ ਢਿੱਲਾ ਪੈ ਗਿਆ, ਜਿਹਦੇ ਕਾਰਨ ਮਾਇਆ ਜਿਹੜੀ ਹੈ ਉਹਨਾਂ ਆਪਣਾ ਜਿਹੜਾ ਪ੍ਰਭਾਵ ਸੀ ਉਹਨਾਂ ਦੇ ਮਨਾਂ ਤੇ ਬਣਾ ਲਿਆ। ਸੋ ਗੁਰੂ ਮਹਾਰਾਜ ਜਾਣੀ ਜਾਣ ਸੀ, ਮਹਾਰਾਜ ਚਾਹੁੰਦੇ ਸੀ ਕਿ ਸਮੇਂ ਦੇ ਨਾਲ ਹੀ ਸੁਧਾਰ ਹੋ ਜਾਏ। ਕਈ ਵਾਰੀ ਕੋਈ ਨਸੂਰ ਫੁੱਟ ਪੈਂਦਾ ਹੈ, ਜੇ ਤਾਂ ਸਮੇਂ ਨਾਲ ਇਲਾਜ ਹੋ ਜਾਏ ਅੰਗ ਜਿਹੜੇ ਉਹ ਕੱਟਣ ਕਟਾਉਣ ਤੋਂ ਬਚ ਜਾਂਦੇ ਆ, ਤੇ ਜੇ ਦੇਰੀ ਕਰੀਏ ਭਾਵੇਂ ਸਰੀਰ ਦੇ ਅੰਗ ਬੜੇ ਕੀਮਤੀ ਹੈ, ਬੰਦਾ ਬਚ ਜਾਏ, ਡਾਕਟਰ ਕਹਿੰਦੇ ਤੂੰ ਬਚ ਸਕਦਾ, ਇਹ ਤੇਰਾ ਅੰਗ ਜਿਹੜਾ ਉਹ ਆਪਰੇਸ਼ਨ ਕਰਕੇ ਕੱਟਣਾ ਪਏਗਾ, ਫਿਰ ਉਹ ਤਿਆਰ ਵੀ ਹੋ ਜਾਂਦਾ ਹੈ, ਕਟਾ ਵੀ ਦਿੰਦਾ ਹੈ। ਤੇ ਮਹਾਰਾਜ ਗੁਰੂ ਵੈਦ ਆ, ਉਹ ਦੇਖ ਰਹੇ ਆ ਕਿ ਇਹਨਾਂ ਦੇ ਅੰਦਰ ਇਹ ਲੋਭ ਦਾ ਨਸੂਰ ਫੁੱਟ ਚੁੱਕਿਆ, ਕਿ ਸਾਡੇ ਬਜ਼ੁਰਗ ਗੁਰੂਆਂ ਨੇ ਪ੍ਰਣਾਲੀ ਆਰੰਭ ਕੀਤੀ ਹੈ, ਇਹ ਸਹੀ ਬਣੀ ਰਹੇ, ਇਹਦਾ ਸੁਧਾਰ ਹੋ ਜਾਏ। ਔਰ ਉਹ ਬੁੱਧੀ ਜਿਹੜੀ ਹੈ ਉਹ ਲੋਭ ਵਸ ਹੋ ਗਈ ਹੈ, ਜਪ ਤਪ ਘਟ ਚੁੱਕਿਆ ਹੈ, ਜਿਹਦੇ ਕਾਰਨ ਹਿਰਦਾ ਜਿਹੜਾ ਸੀ ਉਹ ਲਾਲਚ ਨੇ ਬਹੁਤ ਮਲੀਨ ਕਰ ਦਿੱਤਾ ਸੀ। ਵਾਹਿਗੁਰੂ। ਉਹ ਦੋਸ਼ ਪੈਦਾ ਹੋਇਆ, ਜਿਵੇਂ ਬਾਂਸ ਹੈ, ਬਾਂਸ ਦੇ ਵਿੱਚ 5 ਦੋਸ਼ ਸੰਪਰਦਾਈ ਮਹਾਂਪੁਰਖਾਂ ਨੇ ਦੱਸਿਆ। ਇੱਕ ਤਾਂ ਇਹ ਹੈ ਕਿ ਉਹਨੂੰ ਬੜਾ ਹੰਕਾਰ ਹੈ ਕਿ ਸਾਰੇ ਜੰਗਲ ਦੇ ਬ੍ਰਿਕਸ਼ਾਂ ਨਾਲੋਂ ਮੈਂ ਉੱਚਾ ਹਾਂ। ਦੂਸਰਾ ਵਿੱਚੋਂ ਪੋਲਾ ਹੁੰਦਾ, ਤੀਸਰਾ ਗੰਢਾਂ ਹੁੰਦੀਆਂ, ਚੌਥਾ ਸਿਲਤਾਂ ਵਿੱਚੋਂ ਪੈਦਾ ਹੁੰਦੀਆਂ, ਪੰਜਵਾਂ ਕੁੱਲ ਘਾਤੀ ਹੈ, ਹਨੇਰੀ ਚੱਲਦੀ ਹੈ, ਬਾਂਸ ਨਾ ਬਾਂਸ ਅਗਰ ਰਗੜ ਹੁੰਦੇ ਅੱਗ ਪੈਦਾ ਹੋ ਜਾਂਦੀ ਹੈ। ਆਪ ਵੀ ਸਾਰੇ ਜੰਗਲ ਜਿੰਨੇ ਪਸ਼ੂ ਪੰਛੀ ਆ ਜੰਗਲ ਸਾਰਿਆਂ ਨੂੰ ਉਹ ਤਬਾਹ ਕਰਾ ਦਿੰਦਾ। ਇਸੇ ਤਰ੍ਹਾਂ ਇਨਸਾਨ ਵਿੱਚ ਜਦੋਂ ਦੋਸ਼ ਆ ਜਾਂਦੇ ਆ ਕਿ ਮੈਂ ਵੱਡਾ, ਮੈਂ ਮੁਖੀ ਹਾਂ, ਵਰਨ ਆਸ਼ਰਮ ਦੀਆਂ ਗੰਢਾਂ, ਔਰ ਇਸੇ ਤਰ੍ਹਾਂ ਭਜਨ ਵਿਚਾਰ ਤੋਂ ਹੀਣਾ ਹੋਣ ਕਰਕੇ ਖਾਲੀ ਪੋਲਾ ਆ, ਈਰਖਾ ਦੀਆਂ ਸਿਲਤਾਂ ਆ, ਕੁੱਲ ਘਾਤੀ ਹੈ, ਔਰ ਗੁਰੂ ਘਰ ਦਾ ਖਾ ਕੇ ਗੁਰੂ ਘਰ ਦਾ ਵਿਰੋਧੀ ਹੋ ਜਾਂਦਾ, ਵਾਹਿਗੁਰੂ। ਆਪਣੀ ਕੁੱਲ ਦਾ ਘਾਤ ਕਰਦਾ ਹੈ। ਜਿਹੜੇ ਗਦਾਰ ਲੋਕ ਉਹਨਾਂ ਦਾ ਇਹੀ ਹਾਲ ਹੈ ਨਾ। ਕੋਈ ਸਿੰਘ ਤਾਂ ਦੇਸ਼ ਵਾਸਤੇ, ਕੌਮ ਵਾਸਤੇ, ਪੰਥ ਵਾਸਤੇ ਕੁਰਬਾਨੀਆਂ ਦਿੰਦੇ ਆ, ਕਈ ਲੋਭ ਦੇ ਵਸ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੰਦੇ ਆ। ਸਿਰਫ ਉਹਨਾਂ ਨੂੰ ਆਪਣਾ ਪੇਟ ਜਾਂ ਪਰਿਵਾਰ ਦਾ ਫਿਕਰ ਹੁੰਦਾ, ਕੌਮ ਦਾ ਨੁਕਸਾਨ ਬਹੁਤ ਵੱਡਾ ਕਰ ਜਾਂਦੇ ਆ। ਸਿੰਘਾਂ ਦੀਆਂ ਗੋਰਿਆਂ ਨਾਲ ਲੜਾਈਆਂ ਹੋਈਆਂ, ਸ਼ਹੀਦ ਬਾਬਾ ਮਹਾਰਾਜ ਸਿੰਘ ਨਰੰਗਾਵਾਦ ਵਾਲਿਆਂ ਨੇ ਰਾਣੀ ਜਿੰਦਾਂ ਦੀ ਬੇਨਤੀ ਤੋਂ ਪੰਥ ਦੀ ਅਗਵਾਈ ਸ਼ੁਰੂ ਕੀਤੀ, ਕਿਉਂਕਿ ਚਾਰੇ ਲੜਾਈਆਂ ਵਿੱਚ ਗਦਾਰਾਂ ਦੀ ਕਿਰਪਾ ਦੇ ਨਾਲ ਸ਼ਿਕਸਤ ਹੋ ਗਈ ਸੀ। ਫਿਰ ਮਹਾਂਪੁਰਖਾਂ ਨੇ ਗਰੀਲਾ ਮਾਰ ਢੰਗ ਦੇ ਨਾਲ ਇਹ ਜੰਗ ਜਾਰੀ ਰੱਖੀ। ਬੜਾ ਤੂਫਾਨੀ ਦੌਰਾ ਕੀਤਾ,
ਔਰ ਸਾਰੀ ਤਰ੍ਹਾਂ ਉਹਨਾਂ ਨੇ ਤਰੀਕ ਮਿਥ ਲਈ ਕਿ ਫਲਾਣੇ ਦਿਨ ਹਥਿਆਰਾਂ ਦੇ ਭੰਡਾਰ ਤੇ ਬੈਂਕਾਂ ਤੇ ਕਬਜ਼ਾ ਕਰਕੇ ਜਿੰਨੇ ਕਾਰਕੁੰਨ ਜ਼ੁਲਮ ਕਰਨ ਵਾਲੇ ਇਹਨਾਂ ਦਾ ਇੱਕੋ ਵਾਰੀ ਸਫਾਇਆ ਕੀਤਾ ਜਾਏਗਾ। ਬੜੀ ਜ਼ਰੂਰੀ ਮੀਟਿੰਗ ਹੋ ਰਹੀ ਸੀ। ਇੱਕ ਗਦਾਰ ਨੇ ਝੋਲੀ ਚੁੱਕ ਨੇ CID ਦੇ ਕੇ ਗ੍ਰਿਫਤਾਰ ਕਰਾ ਦਿੱਤਾ ਤੇ ਜਿਹੜਾ ਉਹ ਖਾਲਸਾ ਰਾਜ ਦਾ ਸੁਪਨਾ ਸੀ ਉਸ ਨੂੰ ਕਿਵੇਂ ਮਲੀਆ ਮੇਟ ਕਰਵਾਇਆ। ਇੱਕ ਲੋਭ ਦੇ ਪਿੱਛੇ ਇਨਸਾਨ ਕੀ ਕੁਝ ਕਰਦਾ ਹੈ। ਇਸੇ ਤਰ੍ਹਾਂ ਹੁਣ ਇਹ ਜਿਹੜੀ ਪ੍ਰਥਾ ਸੀ ਪਹਿਲਾਂ ਤਾਂ ਬੜੀ ਠੀਕ ਸੀ। ਦੁੱਧ ਚੰਗਾ ਹੁੰਦਾ, ਕਾਂਜੀ ਦੀ ਛਿੱਟ ਪੈ ਜਾਏ ਉਹ ਚੰਗਾ ਦੁੱਧ ਵੀ ਫੁੱਟ ਜਾਂਦਾ, ਉਹਦੇ 'ਚੋਂ ਕੋਈ ਪਦਾਰਥ ਪ੍ਰਾਪਤ ਹੋਣ ਵਾਲਾ ਨਹੀਂ ਹੁੰਦਾ। ਇਸੇ ਤਰ੍ਹਾਂ ਇਹਨਾਂ ਦੇ ਅੰਦਰ ਵੀ ਐਸੇ ਖੋਟ, ਐਸੀਆਂ ਕਮਜ਼ੋਰੀਆਂ ਪੈਦਾ ਹੋ ਗਈਆਂ ਸੀ। ਮਹਾਰਾਜ ਚਾਹੁੰਦੇ ਸੀ ਕਿ ਸੁਧਾਰ ਕਰ ਦਿੱਤਾ ਜਾਏ, ਕੁਝ ਸੁਧਰੇ ਵੀ ਤੇ ਜਿਹੜੇ ਨਹੀਂ ਸੁਧਰੇ ਤੇ ਫਿਰ ਮਹਾਰਾਜ ਨੇ ਜੋ ਯੋਗ ਸਜ਼ਾਵਾਂ ਸੀਆਂ ਸਮੇਂ ਸਮੇਂ ਦੇ ਨਾਲ ਉਹਨਾਂ ਨੂੰ ਦਿੱਤੀਆਂ ਤੇ ਗਾਂ ਵਾਸਤੇ ਸਿੱਧਾ ਜਿਹੜਾ ਸੰਪਰਕ ਸੀ ਉਹ ਸੰਗਤ ਦਾ, ਭੇਟਾ ਦਾ ਗੁਰੂ ਮਹਾਰਾਜ ਨੇ ਕਿਹਾ ਆਪਣੇ ਤੌਰ ਤੇ ਕਰਾਇਆ ਕਰੋ। ਪਰ ਜੇ ਕਹੀਏ ਵੀ ਉਦੋਂ ਮਸੰਦਾਂ ਦਾ ਸੁਧਾਰ ਹੋ ਗਿਆ ਜਾਂ ਨਹੀਂ ਹੋਇਆ, ਵੀ ਅੱਜ ਵੀ ਆਪਾਂ ਦੇਖੀਏ ਤੇ ਇਹ ਕੰਮ ਹਾਲੇ ਬੰਦ ਤਾਂ ਹੋਇਆ ਨਹੀਂ, ਹਾਲੇ ਵੀ ਚੱਲੀ ਜਾ ਰਿਹਾ। ਜਿੱਥੇ ਕਿਸੇ ਦਾ ਦਾਅ ਲੱਗਦਾ ਉਹ ਲਾਉਣ ਦੀ ਕੋਸ਼ਿਸ਼ ਕਰੀ ਜਾਂਦਾ ਹੈ। ਤੇ ਗੁਰੂ ਘਰਾਂ ਦੇ ਅੰਦਰ ਵੀ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ, ਆਵਾਜ਼ਾਂ ਵੀ ਉੱਠਦੀਆਂ ਰਹਿੰਦੀਆਂ, ਪਰ ਜਿਹਦੇ ਕੋਲ ਸੱਤਾ ਹੁੰਦੀ ਆ ਉਹ ਫਿਰ ਢੰਗ ਟੁੰਗ ਦੇ ਨਾਲ ਦਬਾ ਜਾਂਦੇ ਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦਾ ਵੀ ਸਤਿਗੁਰ ਸਭ ਦਾ ਭਲਾ ਮਨਾਉਂਦੇ, ਬੁਰਾ ਨਹੀਂ ਸੋਚਦੇ, ਪਰ ਉਹ ਬੁਰਾਈ ਨੂੰ ਖਤਮ ਕਰਨ ਵਾਸਤੇ ਕਿ ਜਿਹੜਾ ਦੋਸ਼ ਪੈਦਾ ਹੋਇਆ ਨਿਵਰਤ ਕੀਤਾ ਜਾਏ। ਪਰ ਜਦੋਂ ਕੁੱਤਾ ਹਲਕ ਜਾਂਦਾ ਨਾ ਫਿਰ ਉਹਦਾ ਇਲਾਜ ਹੋਣਾ ਮੁਸ਼ਕਲ ਹੋ ਜਾਂਦਾ। ਉਹ ਤੋਂ ਬਚਾਉਣ ਵਾਸਤੇ ਫਿਰ ਉਹਨੂੰ ਸਿਆਣੇ ਬੰਦੇ ਮਾਰਦੇ ਹੀ ਹੈ। ਇਹ ਗਾਂ ਤੇ ਗਾਂ ਵੱਢੀ ਗਿਆ, ਸਾਰਿਆਂ ਨੂੰ ਹਲਕਾ ਹੋ ਜਾਏਗਾ। ਉਹ ਫਿਰ ਜਦੋਂ ਇਸ ਤਰ੍ਹਾਂ ਦੀ ਕਿਰਿਆ ਹੋ ਜਾਏ, ਹਲਕ ਜਾਏ, ਇੱਕ ਤਾਂ ਉਹਦੇ ਮੂੰਹ ਚੋਂ ਝੱਗ ਜਾਂਦੀ ਹੈ, ਇੱਕ ਜਗ੍ਹਾ ਟਿਕਦਾ ਨਹੀਂ ਹੁੰਦਾ, ਉਹਦੇ ਰੋਮ ਸਾਰੇ ਖੜੇ ਹੋ ਜਾਂਦੇ ਆ, ਪੂਛ ਸਿੱਧੀ ਹੋ ਜਾਂਦੀ ਹੈ, ਆਪਣਾ ਬਗਾਨਾ ਦੇਖਦਾ ਨਹੀਂ, ਹਰੇਕ ਨੂੰ ਉਹ ਮੂੰਹ ਪਾ ਲੈਂਦਾ। ਇਸ ਤਰ੍ਹਾਂ ਜਦੋਂ ਇਹ ਲੋਭ ਦਾ ਹਲਕ ਪੈਦਾ ਹੋ ਜਾਂਦਾ, ਉਹਦੀ ਵੀ ਬਿਰਤੀ ਫਿਰ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਜਦੋਂ ਇੱਕ ਵਾਰੀ ਤੇ ਆਨੰਦਪੁਰ ਸਦਾਈ ਹੋਈ ਹੈ, ਉੱਥੇ ਵੀ ਉਹ ਮਸੰਦਾਂ ਦਾ ਖੂਹ ਵੱਜਦਾ, ਜਿਸ ਚੋਂ ਮਿੱਟੀ ਦਾ ਤੇਲ ਕੱਢ ਕੇ, ਤੇ ਦੇਖ ਲਓ ਕਿੰਨੀਆਂ ਸਦੀਆਂ ਪਹਿਲਾਂ ਮਹਾਰਾਜ ਨੇ ਤੇਲ ਉੱਥੋਂ ਕੱਢਿਆ। ਫਿਰ ਉਹਨਾਂ ਦੇ ਕਰਮਾਂ ਦਾ ਫਲ ਜਿਹੜਾ ਸੀ ਭੁਗਤਾਇਆ। ਤੇ ਜਦੋਂ ਫਿਰ ਸ਼੍ਰੀ ਰਾਮ ਰਾਏ ਜੀ ਆਪਣੇ ਸੂਖਮ ਸਰੀਰ ਨੂੰ ਬਾਹਰ ਕੱਢ ਕੇ ਆਪਣੇ ਕੇ ਪ੍ਰੇਮੀ ਦਾ ਬੇੜਾ ਬੰਨੇ ਲਾਉਣ ਗਏ ਸੀ ਦੇਹਰਾਦੂਨ, ਤੇ ਮਾਤਾ ਨੂੰ ਕਹਿ ਗਏ ਸੀ ਵੀ ਸਾਡਾ ਸਰੀਰ ਅੰਦਰ ਜਿਹੜਾ ਉਹ ਸਿਕਿਉਰਿਟੀ 'ਚ ਰੱਖਣਾ, ਫਲਾਣੇ ਦਿਨ ਮੁੜਾਂਗੇ। ਪਰ ਮਸੰਦ ਜਿਹੜੇ ਸੀ ਉਹਨੇ ਮਾਤਾ ਪੰਜਾਬ ਕੌਰ ਦੀ ਕੋਈ ਪਰਵਾਹ ਨਹੀਂ ਕੀਤੀ,
ਤੇ ਸ਼੍ਰੀ ਰਾਮ ਰਾਏ ਦਾ ਜਿਹੜਾ ਸਰੀਰ ਸੀ ਅਗਨ ਭੇਟ ਕਰ ਦਿੱਤਾ ਸੀ। ਉਹ ਸੂਖਮ ਸਰੀਰ ਆਏ ਤੇ ਜਦੋਂ ਹੁਣ ਇਹ ਜਿਹੜਾ ਸਰੀਰ ਸੀ ਸੰਸਕਾਰਿਆ ਗਿਆ ਤੇ ਕਿਹਦੇ ਵਿੱਚ ਪ੍ਰਵੇਸ਼ ਕਰਨਾ ਸੀ। ਫਿਰ ਉਹਨਾਂ ਨੇ ਆਕਾਸ਼ ਬਾਣੀ ਦੁਆਰਾ ਮਾਤਾ ਨੂੰ ਕਿਹਾ ਸੀ ਕਿ ਦਸਮ ਪਾਤਸ਼ਾਹੀ ਚਰਨਾਂ ਜਾ ਕੇ ਬੇਨਤੀ ਕਰੋ। ਇਹ ਹੁਣ ਜ਼ਿਆਦਾ ਹੀ ਮਨਮਾਨੀਆਂ ਕਰਨ ਲੱਗ ਗਿਆ। ਫਿਰ ਮਹਾਰਾਜ ਨੇ ਦੇਹਰਾਦੂਨ ਉਹ ਸਾਰੇ ਮਸੰਦ ਇਨਾਮ ਦੇ ਬਹਾਨੇ ਸੱਦੇ ਸੀ ਔਰ ਉਹਨਾਂ ਦੇ ਜਿਹੋ ਜਿਹਾ ਕਰਮ ਸੀ ਉਹਨਾਂ ਦਾ ਫਿਰ ਫਲ ਵਗੈਰਾ ਭੁਗਤਾਇਆ ਸੀ। ਉਹ ਕੜਾਹਾ ਹਾਲੇ ਵੀ ਉੱਥੇ ਹੈਗਾ ਤੇ ਸ਼ਾਇਦ ਮਹਾਰਾਜ ਨੇ ਫੇਰ ਲੋੜ ਹੋਏਗੀ ਜਿਹੜਾ ਉੱਥੇ ਪਿਆ ਹੋਇਆ। ਸੋ ਇਸ ਕਰਕੇ ਇਹ ਪ੍ਰਸੰਗ ਜਿਹੜਾ ਚੱਲ ਰਿਹਾ ਸੁਣਦੇ ਆ ਰਹੇ ਹਾਂ। ਆਓ ਹੁਣ ਆਪਾਂ ਬਾਣੀ ਦੀ ਵਿਚਾਰ ਪਿਆਰ ਨਾਲ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚੋਂ ਪੰਚਮ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਵਿਚਾਰ ਸਰਵਣ ਕਰਨ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਬ ਤੇ ਦਰਸ਼ਨ ਭੇਟੇ ਸਾਧੂ। ਜਦੋਂ ਦੇ ਕਹਿੰਦੇ ਕਿ ਇਹ ਸਾਧੂ ਜਿਨ ਆਪਣਾ ਆਪ ਸਾਧਿਆ ਹੋਇਆ ਉਸ ਮਹਾਂਪੁਰਖ ਦੇ ਦਰਸ਼ਨ ਭੇਟੇ, ਉਹਨਾਂ ਮਹਾਂਪੁਰਖਾਂ ਦਾ ਮਿਲਾਪ ਹੋਇਆ, ਉਹਨਾਂ ਦੇ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਭਲੇ ਦਿਨਸ ਓਏ ਆਏ। ਉਹ ਜਿਹੜੇ ਪਹਿਲੇ ਮਾੜੇ ਦਿਨ ਸੀ ਉਹ ਚਲੇ ਗਏ ਤੇ ਭਲੇ ਦਿਨ ਆ ਗਏ। ਹੁਣ ਕੋਡਾ ਰਾਖਸ਼ ਸੱਜਣ ਠਾ ਗਿਆ, ਭੂਮੀਆਂ ਚੋਰ ਹੈ, ਲਖੂ ਧਾੜਵੀ ਹੈ। ਤੇ ਜਦੋਂ ਗੁਰੂ ਸਾਹਿਬਾਂ ਦਾ ਮਿਲਾਪ ਹੋਇਆ ਤੇ ਜਿੰਨੇ ਉਹਨਾਂ ਦੀ ਬੁਰਾਈ ਸੀ, ਮਾੜੇ ਕਰਮ ਸੀ, ਮਹਾਰਾਜ ਦੇ ਪ੍ਰਵਚਨ ਸੁਣ ਕੇ ਤਿਆਗ ਦਿੱਤੇ। ਪਹਿਲਾਂ ਤੋਂ ਦਿਨ ਮਾੜੇ ਬੀਤ ਰਹੇ ਸੀ ਬੁਰਾਈ ਦੇ ਵਿੱਚ, ਚੋਰੀ ਜਾਰੀ ਬਦਮਾਸ਼ੀ ਵਿੱਚ। ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਤੇ ਫਿਰ ਨਾਮ ਜਪਣ ਦੇ, ਸੇਵਾ ਕਰਨ ਦੇ, ਸਤਸੰਗ ਕਰਨ ਦੇ ਇਹ ਭਲੇ ਦਿਨ ਜਿਹੜੇ ਸੀ ਆ ਗਏ। ਭਲੇ ਦਿਨ ਫਿਰ ਆ ਕੇ ਪ੍ਰਾਪਤ ਹੋ ਜਾਂਦੇ ਹਨ। ਮਹਾ ਆਨੰਦ ਸਦਾ ਕਰ ਕੀਰਤਨ। ਜਿਹੜੇ ਸਦਾ ਵਾਸਤੇ ਹਰੀ ਦਾ ਕੀਰਤਨ ਜਸ ਕਰਦੇ ਹਨ ਉਹਨਾਂ ਨੂੰ ਮਹਾਨ ਆਨੰਦ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਤੁੱਛ ਆਨੰਦ ਖਾਣ ਵਿੱਚ ਹੈ ਔਰ ਪਹਿਨਣ ਵਿੱਚ ਵੀ ਕੋਈ ਆਨੰਦ ਮੰਨਦਾ, ਇਸ ਤਰ੍ਹਾਂ ਭੋਗਣ ਵਿੱਚ ਹੈ। ਇਸ ਤਰ੍ਹਾਂ ਕੋਈ ਉੱਚੀ ਪਦਵੀ ਮਿਲ ਗਈ, ਕਿਸੇ ਨੂੰ ਕੋਈ ਡਿਗਰੀ ਡਿਪਲੋਮਾ ਪ੍ਰਮਾਣ ਪੱਤਰ ਮਿਲ ਗਿਆ, ਬੜਾ ਆਨੰਦ ਖੁਸ਼ ਹੁੰਦਾ ਪਰਿਵਾਰ ਵੀ। ਹੋਰ ਵੀ ਛੋਟੇ ਛੋਟੇ ਆਨੰਦਾਂ ਦੇ, ਕੋਈ ਰਾਜ ਗੱਦੀ ਮਿਲ ਗਈ ਹੈਗੇ ਆ, ਪਰ ਇਹਨਾਂ ਨੂੰ ਮਹਾ ਆਨੰਦ ਨਹੀਂ ਕਿਹਾ ਜਾਂਦਾ। ਇਹ ਤੁੱਛ ਆਨੰਦ ਹੈ। ਤੇ ਜਿਹੜਾ ਮਹਾ ਆਨੰਦ ਹੈ, ਜੋ ਵੇ ਭੂਮਾ ਤਤ ਸੁਖੰ ਨ ਸੁਖੰ ਅਲਪੰ ਅਸਤੀ। ਜੋ ਤੁਮਾਰੀ ਆਤਮਾ ਦੇ ਮਿਲਾਪ, ਆਤਮਾ ਦੇ ਗਿਆਨ ਦਾ ਆਨੰਦ ਹੈ, ਉਹ ਸੰਪੂਰਨ ਆਨੰਦ ਹੈ। ਬਾਕੀ ਸਾਰੇ ਤੁੱਛ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਿਉਂਕਿ ਜਦੋਂ ਉਹਦੀ ਪਿਆਰੇ ਦੀ ਕਿਰਪਾ ਹੁੰਦੀ ਹੈ ਫਿਰ ਇਹ ਜਿਹੜਾ ਰੂਹਾਨੀ ਆਤਮਿਕ ਆਨੰਦ ਇਹ ਪ੍ਰਾਪਤ ਹੁੰਦਾ ਹੈ। ਇੱਕ ਤਾਂ ਭੋਗ ਆਨੰਦ ਹੈ। ਇਹ ਇਸ ਤਰ੍ਹਾਂ ਜਿਵੇਂ ਪਿਆਲੀ ਥੋੜ੍ਹਾ ਜਿਹਾ ਪਾਣੀ ਹੈ, ਡੁੱਲ ਜਾਣ ਦਾ, ਸੁੱਕ ਜਾਣ ਦਾ, ਸੜ ਜਾਣ ਦਾ, ਜੰਮ ਜਾਣ ਦਾ, ਉੱਡ ਜਾਣ ਦਾ, ਮਿੱਟੀ 'ਚ ਮਿਲ ਜਾਣ ਦਾ, ਇੰਨਾ ਕਈ ਹੈ।
ਇੱਕ ਜੋਗਾਨੰਦ ਆ, ਪ੍ਰਾਣ 10 ਦੁਆਰ ਚੜਾ ਲੈ, ਉਹਨਾਂ ਚਿਰ ਫੁਰਨਾ ਰੁਕਿਆ ਰਹਿੰਦਾ। ਤੇ ਜਦੋਂ ਪ੍ਰਾਣ ਲਾ ਲੈ, ਉਹ ਜਿਹੜੇ ਫੁਰ ਨੇ ਪਹਿਲਾਂ ਸੀ ਉਹ ਫੇਰ ਸ਼ੁਰੂ ਹੋ ਜਾਂਦੇ ਆ। ਉਹ ਬਰਸਾਤੂ ਨਦੀ ਵਾਂਗੂ, ਮੀਂਹ ਪੈ ਜਾਏ ਤੇ ਭਰੀ ਜਾਂਦੀ ਹੈ, ਬਰਸਾਤ ਹਟ ਜਾਏ ਫਿਰ ਉਹੀ ਪਾਣੀ ਉਤਰ ਜਾਂਦਾ। ਇੱਕ ਰਸ ਨਹੀਂ ਨਾ, ਅਤਰਾ ਚੜਾ ਬਣਿਆ ਰਹਿੰਦਾ। ਇੱਕ ਹੈ ਬ੍ਰਹਮਾਨੰਦ, ਜਿਵੇਂ ਬ੍ਰਹਮਪੁੱਤਰ ਜਾਂ ਗੰਗਾ ਵੱਡੇ ਦਰਿਆ ਆ, ਉਹ ਸੁੱਕਦੇ ਨਹੀਂ, ਸਮੁੰਦਰ ਨਾਲ ਉਹਨਾਂ ਦਾ ਲਿੰਕ ਜੁੜਿਆ ਰਹਿੰਦਾ। ਇਹ ਜਿਹੜਾ ਆਤਮਾਨੰਦ ਆ, ਜਦੋਂ ਪਰਮਾਤਮਾ ਨਾਲ ਮਿਲਾਪ ਹੋ ਗਿਆ, ਭੇਦ ਅਵਸਥਾ ਹੋ ਗਈ, ਇਹ ਟੁੱਟਦਾ ਨਹੀਂ। ਉਹ ਫਿਰ ਬੰਦ ਕੱਟਿਆ ਜਾਏ, ਚਾਹੇ ਖੋਪਰੀ ਲੈ ਜਾਏ, ਜਾਂ ਜਬੂਰਾਂ ਨਾਲ ਮਾਸ ਨੋਚੇ ਜਾਣ, ਆਰੇ ਫਿਰ ਜਾਣ, ਦੇਗਾਂ ਚੋਵਾਲੇ ਜਾਣ, ਖੋਪਰੀਆਂ ਲੈ ਜਾਣ, ਉਹ ਆਨੰਦ ਇੱਕ ਰਸ ਰਹਿੰਦਾ। ਇਹ ਸਿੱਖੀ ਦੀ ਬੜੀ ਕਰੜੀ ਪਰਖ ਹੋਈ। ਜਿਨ੍ਹਾਂ ਨੂੰ ਇਹ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਸੀ, ਉਹ ਆਨੰਦ 'ਚ ਰਹੇ। ਜਦੋਂ ਬੰਦਾ ਬਹਾਦਰ ਜੀ ਦਾ ਜਬੂਰਾਂ ਨਾਲ ਮਾਸ ਨੋਚ ਹੋ ਰਿਹਾ ਸੀ, ਉਹ ਆਨੰਦ 'ਚ ਬੈਠੇ ਸੀ। ਜਿਹੜੇ ਜ਼ੁਲਮ ਕਰਦੇ ਉਹਨਾਂ ਦੀ ਵੀ ਰੂਹ ਕੰਬਦੀ ਹੈ ਕਿ ਅਸੀਂ ਮਾਇਆ ਦੇ ਅਧੀਨ ਇਹਨਾਂ ਦੇ ਨੌਕਰ ਚਾਕਰ ਕੀ ਕਰ ਰਹੇ ਹਾਂ। ਪਰ ਅਕਸਰ ਵੀ ਪੁੱਛਦਾ ਵੀ ਤੈਨੂੰ ਕੋਈ ਦੁੱਖ ਨਹੀਂ, ਹਾਲੇ ਵੀ ਮੰਨ ਲੈ, ਤੈਨੂੰ ਸਾਰੇ ਮੁਸਲਮਾਨੀ ਫੌਜ ਦਾ ਜਰਨੈਲ ਬਣਾ ਦਿੰਦੇ ਆ। ਉਹ ਕਹਿੰਦੇ ਵੀ ਜੋ 10ਵੇਂ ਪਾਤਸ਼ਾਹ ਨੇ ਮੈਨੂੰ ਜਹੇਦਾਰੀ ਦੇਤੀ, ਇਹਨੂੰ ਵੱਡੀ ਤਾਂ ਕੋਈ ਹੈ ਨਹੀਂ। ਕਹਿੰਦੇ ਦੁੱਖ ਨਹੀਂ ਲੱਗਦਾ। ਕਹਿੰਦੇ ਜਿਹੜਾ ਸਰੀਰ ਹੈ ਇਹ ਆਤਮਾ ਦਾ ਕੋਠਾ ਹੈ। ਜਿਵੇਂ ਕੋਈ ਬੰਦਾ ਮਕਾਨ 'ਚ ਬੈਠਾ, ਬਾਹਰ ਗੜੇ ਪੈ ਰਿਹਾ, ਬਰਫ਼ ਪੈ ਰਹੀ ਹੈ, ਮੀਂਹ ਜਾਂ ਹਨੇਰੀ ਵਗੈਰਾ ਝੱਖੜ ਝੁੱਲ ਰਿਹਾ, ਮਕਾਨ ਦੇ ਅੰਦਰ ਬੈਠੇ ਬੰਦੇ ਨੂੰ ਤਾਂ ਕੋਈ ਦੁੱਖ ਨਹੀਂ। ਇਸ ਤਰ੍ਹਾਂ ਕਹਿੰਦੇ ਸਰੀਰ ਇੱਕ ਆਤਮਾ ਦਾ ਕੋਠਾ ਹੈ। ਆਤਮਾ ਜਿਹੜੀ ਹੈ ਉਹ ਨਿਰਲੇਪ ਰਹਿੰਦੀ ਹੈ, ਮੈਨੂੰ ਕੋਈ ਕਲੇਸ਼ ਨਹੀਂ। ਕਹਿਣ ਲੱਗੇ ਹੁਣ ਆਪਣਾ ਤੇਰੇ ਪੁੱਤ ਦਾ ਕਾਲਜਾ ਤੇਰੇ ਮੂੰਹ ਵਿੱਚ ਤੁੰਨਿਆ। ਕਹਿੰਦੇ ਜਦੋਂ ਕਿਸੇ ਨੇ ਕੋਈ ਲੜਕੀ ਮੰਗਣੀ ਹੁੰਦੀ ਹੈ, ਉਹ ਲਾੜੇ ਦੇ ਮੂੰਹ ਨੂੰ ਛੁਹਾਰਾ ਵਗੈਰਾ ਲਾਉਂਦੇ ਹੁੰਦੇ ਆ। ਮੈਂ ਜੇਤੂ ਹਾਂ, ਤੁਸੀਂ ਜਿੱਤ ਦਾ ਛੁਹਾਰਾ ਲਾ ਰਹੇ। ਕਹਿੰਦੇ ਆਂਦਰਾਂ ਕੱਟ ਕੇ ਉਹਦੀਆਂ ਅਜੇ ਸਿੰਘ ਦੀਆਂ ਤੇਰੇ ਗਲ 'ਚ ਪਾਈਆਂ। ਕਹਿੰਦੇ ਜਿੱਤ ਦੀ ਜੈ ਮਾਲਾ ਪਾਈ ਹੈ। ਇਹ ਜਿਨ੍ਹਾਂ ਦੀ ਅਵਸਥਾ ਰਹੇ, ਅਵਸਥਾ ਪੂਰੇ ਨਾਲ ਮਿਲ ਕੇ ਜਿਹੜੇ ਪੂਰੇ ਹੋ ਗਏ, ਪੂਰਾ ਕਬੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਨਿਤ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਇਹ ਹੈ ਆਤਮਾ ਆਨੰਦ ਵਾਲਿਆਂ ਦੀ ਅਵਸਥਾ। ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਇੱਕ ਰਸ ਇਹਨਾਂ ਦੁੱਖਾਂ ਜਾਂ ਦੁਨਿਆਵੀ ਸੁੱਖਾਂ ਦੀ ਉਹ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਐਸੇ ਪਵਿੱਤਰ ਦਿਨ ਜਿਹੜੇ ਪ੍ਰਾਪਤ ਹੋ ਜਾਂਦੇ ਹਨ। ਪੜ੍ਹੋ ਫਿਰ ਮਹਾ ਆਨੰਦ ਸਦਾ ਕਰ ਕੀਰਤਨ। ਉਹ ਸਦਾ ਗੁਰੂ ਦਾ ਜਸ ਕਰਦੇ ਆ। ਔਰ ਜਿਹੜਾ ਮਹਾਨ ਆਤਮਾ ਆਨੰਦ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬੋ ਤਿਰਿਓ ਕੰਤ ਕਹਾਵਾ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪੁਰਖ ਵਿਧਾਤਾ ਪਾਏ। ਪੁਰਖ ਜਿਹੜਾ ਪੂ ਪਾਪਾਂ ਤੋਂ ਰੱਖਿਆ ਕਰਨ ਵਾਲਾ, ਪੁਰੀਆਂ ਦਾ ਖੋ ਕਰਨ ਵਾਲਾ, ਔਰ ਜਿੰਨੇ ਵੀ ਖੰਡ ਬ੍ਰਹਮੰਡਾਂ ਦੇ ਜੀਵ ਹੈ, ਸਾਰਿਆਂ ਦਾ ਭੋਜਨ ਪਾਣੀ ਦਾ ਪੌਰਸ਼ ਉਦਮ ਪਰਿਸ਼ਾਰਥ ਕਰਨ ਵਾਲਾ, ਵਿਧਾਤਾ ਜੋ ਸਾਰੀਆਂ ਵਿਧੀਆਂ ਨੂੰ ਮਿਲਣ ਵਾਲਾ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਅਬ ਮੋਹਿ RAM ਜਸੋ ਮਨ ਗਾਇਓ। ਅਸੀਂ ਹੁਣ ਮਨ ਕਰਕੇ ਰਮੇ ਹੋਏ ਰਮੰਤੀ ਰਾਮ ਉਹਦਾ ਜਸ ਗਾਇਆ, ਕਿਉਂਕਿ ਜਿਹੜੇ ਚੌਧਰੀ ਹੈ ਉਹ ਆਪਣੇ ਵੱਡਿਆਂ ਦਾ ਜਸ ਗਾਉਂਦੇ ਆ। ਅੱਜ ਕੱਲ੍ਹ ਜਿਹਨਾਂ ਨੂੰ ਆ ਚਮਚੇ ਚੁਮਚੇ ਕਹਿ ਦਿੰਦੇ ਆ, ਉਹ ਲੀਡਰਾਂ ਦੇ ਢੋਲੇ ਗਾਉਂਦੇ ਰਹਿੰਦੇ ਆ ਅਤੇ ਬੜੀ ਝੂਠੀ ਵਡਿਆਈ ਕਰਦੇ ਆ। ਜਿਵੇਂ ਕੋ ਰਾਜਾ ਸੀ, ਉਹਦੀ ਬੜੀ ਇਸ ਤਰ੍ਹਾਂ ਦੀ ਵਡਿਆਈ ਕਰਨੀ, ਉਹਨੂੰ ਵੀ ਬੜਾ ਫੁੱਲਣਾ ਕਿ ਮੇਰੀ ਬੜੀ ਮੈਂ ਬਹੁਤ ਚੰਗਾ। ਉਹ ਕਹਿਣ ਲੱਗਾ ਵਜ਼ੀਰ ਨੂੰ ਵੀ ਮੇਰੇ ਹੱਥਾਂ ਦੀਆਂ ਤਲੀਆਂ 'ਤੇ ਆਪਣੇ ਵਾਲ ਹੈ ਨਹੀਂ, ਇਹ ਕੀ ਗੱਲ ਆ? ਉਹ ਫਿਰ ਝੂਠੇ ਚਾਪਲੂਸ ਹੁੰਦੇ ਆ। ਮਹਾਰਾਜ ਤੁਸੀਂ ਹਰ ਵੇਲੇ ਪਬਲਿਕ ਨੂੰ ਦਾਨ ਵੰਡਦੇ ਰਹਿੰਦੇ ਆ ਅਤੇ ਵਾਲ ਕੱਸ ਜਾਂਦੇ ਆ। ਕਹਿੰਦੇ ਵਜ਼ੀਰ ਸਾਹਿਬ ਤੁਹਾਡੇ ਵੀ ਹੈ ਨਹੀਂ। ਕਹਿੰਦੇ ਮਹਾਰਾਜ ਸਾਡੇ ਲੈਂਦਿਆਂ ਦੇ ਕੱਸ ਜਾਂਦੇ ਆ ਜਿਹੜੇ ਤੁਸੀਂ ਦਾਤਾਂ ਦਿੰਦੇ। ਕਹਿੰਦੇ ਆ ਜਿੰਨੇ ਬੈਠੇ ਇਹਨਾਂ ਦੇ ਵੀ ਹੈ ਨਹੀਂ। ਕਹਿੰਦੇ ਜਿਨ੍ਹਾਂ ਨੂੰ ਮਿਲਦਾ ਕੁਝ ਨਹੀਂ ਉਹਨਾਂ ਦੇ ਹੱਥ ਤਲੀਆਂ ਮਲਦਿਆਂ ਦੇ ਕੱਸ ਜਾਂਦੇ ਆ। ਮੁੱਖ ਝੂਠ ਬਭੂਖਣ ਸਾਰੰਗ, ਜਿਵੇਂ ਅਲੰਕਾਰ ਗਹਿਣਾ ਹੁੰਦਾ ਨਾ, ਇਸ ਤਰ੍ਹਾਂ ਦੀਆਂ ਮੋਮੋ ਠਗਣੀਆਂ ਗੱਲਾਂ ਕਰ ਕਰਕੇ ਫਿਰ ਉਹ ਉਹਨਾਂ ਨੂੰ ਖੁਸ਼ ਕਰਕੇ ਆਪਣਾ ਹਲਵਾ ਮੰਡਾ ਬਣਾ ਲੈਂਦੇ ਆ। ਪਰ ਹੁਣ ਮਸੰਦਾਂ ਨੇ ਵੀ ਗੱਲ ਤਾਂ ਇਹ ਕੀਤੀ ਸੀ, ਉਹ ਰਾਜੇ ਤਾਂ ਪ੍ਰਭਾਵ 'ਚ ਆ ਜਾਂਦੇ ਨਾ ਮਨੁੱਖਿਆ, ਪਰ ਗੁਰੂ ਮਹਾਰਾਜ ਅੰਤਰਜਾਮੀ ਆ, ਉੱਥੇ ਹੇਰਾ ਫੇਰੀ ਚੱਲਦੀ ਨਹੀਂ। ਉਹ ਚਾਪਲੂਸ ਬਣ ਕੇ ਗੱਲ ਤਾਂ ਉਹਨੇ ਵੀ ਕੀਤੀ ਸੀ, ਪਰ ਮਹਾਰਾਜ ਅੰਤਰਜਾਮੀ ਹੈ, ਉੱਥੇ ਕੋਈ ਹੇਰਾ ਫੇਰੀ ਨਹੀਂ ਨਾ ਚੱਲਦੀ ਹੈ। ਸੋ ਇਸ ਕਰਕੇ ਐਸਾ ਜਿਹੜਾ ਪੁਰਖ ਵਿਧਾਤਾ ਜਦੋਂ ਉਹਨਾਂ ਨੇ ਰਾਮ ਦਾ ਜਸ ਕੀਤਾ, ਉਹਨੂੰ ਪਾਇਆ, ਉਹ ਹਰ ਵੇਲੇ ਉਹਦਾ ਜਸ ਕਰਦੇ ਹਨ। ਭਇਓ ਪ੍ਰਗਾਸ ਸਦਾ ਸੁਖ ਮਨ ਮਹਿ। ਉਹਨਾਂ ਦੇ ਹਿਰਦੇ ਵਿੱਚ ਫਿਰ, ਕਿਉਂਕਿ ਆਤਮਾ ਸਦਾ ਹੀ ਪ੍ਰਕਾਸ਼ ਰੂਪ ਹੈ, ਉਹਦੇ ਵਿੱਚ ਕੋਈ ਹਨੇਰਾ ਨਹੀਂ, ਕਿਉਂਕਿ ਜਿੰਨੇ ਪ੍ਰਕਾਸ਼ ਹੈ ਇਹ ਸੂਰਜ ਦੇ ਅੰਤਰਗਤ ਹੈ। ਅੱਗ ਲੈ ਲਓ, ਚੰਦ ਲੈ ਲਓ, ਤਾਰੇ ਲੈ ਲਓ, ਬਿਜਲੀ ਲੈ ਲਓ, ਆ ਚੁੱਲ੍ਹੇ ਦੀ ਅੱਗ ਲੈ ਲਓ, ਸਾਡੀ ਜੇਠਰਾਗਨੀ ਲੈ ਲਓ, ਬੜਵਾਗਨੀ ਲੈ ਲਓ, ਦਾਵਾਗਨੀ ਲੈ ਲਓ, ਕਿਉਂਕਿ ਅੱਗ ਦਾ ਪ੍ਰਧਾਨ ਸੂਰਜ ਹੀ ਹੈ, ਉਹਦੇ ਅੰਤਰਗਤ ਹੈ। ਅਤੇ ਸੂਰਜ ਦੇ ਅੰਦਰ ਜਿਹੜਾ ਤੇਜ ਪ੍ਰਕਾਸ਼ ਹੈ ਉਹ ਪਰਮਾਤਮਾ ਦਾ ਹੈਗਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਸ ਕਰਕੇ ਉਹ ਸਾਰਿਆਂ ਅੰਦਰ ਪ੍ਰਕਾਸ਼ ਦੇਣ ਵਾਲਾ ਉਹ ਆਪ ਹੈ। ਇਹ ਕੋਈ ਸਤੋਗੁਣੀ ਹੈਗੇ ਆ ਪ੍ਰਕਾਸ਼, ਕੋਈ ਤਮੋਗੁਣੀ ਹੈਗੇ ਆ, ਪਰ ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਹੈ ਉਹ ਨਾ ਤਮੋਗੁਣੀ ਹੈ ਨਾ ਸਤੋਗੁਣੀ ਹੈ, ਉਹ ਨਿਰੋਲ ਆਨੰਦ ਸਰੂਪ ਹੀ ਹੈ। ਸੋ ਇਸ ਵਾਸਤੇ ਆਤਮਾ ਚਾਹੇ ਕੋਈ ਅਗਿਆਨੀ ਹੈ ਚਾਹੇ ਗਿਆਨੀ ਹੈ, ਉਹਦਾ ਪ੍ਰਕਾਸ਼ ਰੂਪ ਹੈ। ਫਰਕ ਇੰਨਾ ਹੀ ਹੈ, ਗਿਆਨਵਾਨ ਨੇ ਜਿਹੜੇ ਉਹ ਅੰਨਮੈ, ਮਨੋਮੈ, ਪ੍ਰਾਣਮੈ, ਵਿਗਿਆਨਮੈ, ਆਨੰਦਮੈ ਕੋਸ਼ ਇਹਨਾਂ ਦੇ ਪੜ੍ਹਦੇ ਆ। ਸਤੋ ਰਜੋ ਤਮੋ ਦੇ ਪੜ੍ਹਦੇ ਆ। ਮਾਇਆਵੀ ਉਹ ਦੂਰ ਕਰ ਲਿਆ, ਉਹਦੇ ਕਰਕੇ ਉਹਨਾਂ ਨੂੰ ਆਤਮਾ ਜਿਸ ਤਰ੍ਹਾਂ ਦੀ ਹੈ ਉਸ ਤਰ੍ਹਾਂ ਦੀ ਉਹ ਨਜ਼ਰ ਆ ਜਾਂਦੀ ਹੈ। ਜਿਹੜੇ ਅਗਿਆਨੀ ਬੰਦੇ ਆ ਉਹਨਾਂ ਦੀ ਆਤਮਾ ਤਾਂ ਪ੍ਰਕਾਸ਼ ਰੂਪ ਹੀ ਹੈ, ਪਰ ਉਹ 'ਤੇ ਪਰਤਾਂ ਚੜ੍ਹੀਆਂ ਹੋਈਆਂ, ਉਹ ਜਦ ਤੱਕ ਲੈਂਦੀਆਂ ਨਹੀਂ ਉਦੋਂ ਤੱਕ ਉਹ ਪ੍ਰਕਾਸ਼ ਰੂਪ ਆਤਮਾ ਹੁੰਦੀ ਹੋਈ ਵੀ ਨਜ਼ਰ ਨਹੀਂ ਆਉਂਦੀ। ਜਿਵੇਂ ਹੁਣ ਸਾਡੇ ਨੇਤਰ ਕੰਮ ਕਰਦੇ ਆ, ਸਾਨੂੰ ਦੀਦਾ, ਅਤੇ ਜੇ ਇਹਨਾਂ ਦੇ ਉੱਤੇ ਕਾਲਾ ਚਿੱਟਾ ਮੋਤੀਆ ਆ ਜਾਏ, ਅੱਖਾਂ ਹੁੰਦਿਆਂ ਵੀ ਦੀਦਾ ਨਹੀਂ। ਡਾਕਟਰ ਨੇ ਕਿਸੇ ਨੂੰ ਅੱਖਾਂ ਤਾਂ ਨਹੀਂ ਦਿੱਤੀਆਂ, ਅੱਖਾਂ 'ਤੇ ਆਇਆ ਹੋਇਆ ਆਵਰਣ ਹੀ ਦੂਰ ਕੀਤਾ। ਜਿਹੜੇ ਆਵਰਣ ਦੂਰ ਕਰ ਦਿੱਤਾ ਉਹਨਾਂ ਅੱਖਾਂ ਨੇ ਦਿਸਣ ਲੱਗ ਗਿਆ।
इस तरह बुद्धि के उत्ते भी ये मायावी परदे जड़े आए हुए, जिमें वो बीबियां लालटना खरीद के लियाइयां। एक तो सियाणियां सी, बत्ती का भी फुल फल कट देना ते तेल भी बदलते रहना ते चिमनी भी साफ करनी ते कला भी हिसाब दी रखनी कि बत्ती ज़्यादा हो धूना ज़्यादा छड़ेगी, चिमनी छेती काली हो जाएगी, उन मर्यादा च रखना। वो लालटना ने पूरा प्रकाश देना। एक बेचारी ओहो जी सी, उन्हें ना तो बत्ती का फुल कटिया, उमें कला भी ज़्यादा मरोड़ देनी, भी ज़्यादा लाइट होवे फिर फुल भी ज़्यादा बन जाना, वो धुआं इन्ना होना, घर च भी सारे प्रदूषण हो जाना ते काल कुड्डनी ते चिमनी भी ऐन काली हो गई। वो इन्नी काली हो गई, मुड़ के बाहर लाइट होनी हट गई। वो दूजियां गुआढ़ियां नूं कहंदी भी दुकानदार ने मेरे नाल बड़ी हेरा फेरी की है, फिर मेरी लाइट हुण प्रकाश ही नहीं दिंदी, तुहाड़ियां लाइटां। वो कहंदे साडियां तो ठीक है। कहंदे भी उहनूं अलामा दईए, पैसे बटोर गया लाला। कहंदे दिखा तां। जेल्लै देखिया, कहंदे ना लाले का कसूर है ना लालटन का कसूर, तेरा अपना। जब तू चिमनी नहीं साफ की तो तेनों प्रकाश देसे किमें। अजकल के इहो जिहे बंदे आ, उन्होंने अंतशकरण रूपी चिमनियां इन्नियां मलीन होईयां आ, वो कहंदे रब्बे ही है नहीं। सियाणे कहंदे है रब ते तों बख नहीं, पर तेरे को देखण वाली अख नहीं। नानक से अखड़ियां बयान जिन्हां डसंदो माफिरी। वो कहंदे दिखाओ रब कित्थे है। उन्हां मूर्खां नूं पुछो तुहाडा प्रश्न ही गलत है। कोई बंदा कहे दिखाओ भी सूर्य का प्रकाश कित्थे है, सूर्य का प्रकाश है कित्थे नहीं। आकाश दिखाओ कित्थे, आकाश भी व्यापक है, उदा हर जगह ही है। ये प्रश्न गलत है। रब जड़ा है वो परिछिन्न नहीं, व्यापक है। दिखाई वो चीज़ आती है जिहड़ी परिछिन्न होवे, जिहड़ी व्यापक हुंदी है वो तो जर्रे जर्रे विच हर जगह ही है। तो इस वास्ते जिहड़े अज्ञानी लोग है उन्हां दा तो इस तरह के हुंदे है कि पहला आंडा होया कि मुर्गी हुई। हाँ, जे कहांगे पहला आंडा होया मुर्गी बिना किवें होया। इस तरह के वो जिहड़े बेहुदा जाए प्रश्न करते रहंदे। वो संत महापुरुष कहंदे रब दिखाओ, रोज़ तंग करना। एक दोने मूँह ते साड़ कर दी, चपेड़ मारी। कहंदे महाराज मैं बेनती की थी, तू चपेड़ मारी, उतर नहीं दिता। वो न्यायाधीश को चला गया, मूँह बिंगा हो गया लगवा, ते चोट बड़ी बजी। ते महाराज मैं प्रश्न किया, उन्हें इस तरह किया, अब मेरे मूँह ते किन्नी सट बजी। वो जज कोई सियाणा सी, वो कहंदे महापुरख जिहड़े वो बड़े भीतर आ गया और बड़े सियाणे हैं, पहला गल कर लैने। पुछया, कहंदे जी दे प्रश्न का उत्तर दिता। कहंदे जी उत्तर किवें? कहंदे इहनूं पुछो तुहाडे को आया क्यों आया? कहंदे जी मेरे चपेड़ मारी, मेरे पीड़ हुंदी है। कहंदे पीड़ दे खाल कित्थे है? कहंदे वो तो दीदी ने मैनूं अनुभव हुंदी है। कहंदे बस फिर रब भी अनुभवे हुंदा हुंदा। गज के बोलो हुण हवा दीदी थोड़ी है तत्ती ठंडी, अनुभव हुंदी है। जदों ठंडी लगदी है कोट कोटियां पाई फिरदे हैं, जदों गर्म लगदी है तो मल मल दे लीड़े भी चुभण लग जांदे। हवा दीदी नहीं है, अग विच साड़न की शक्ति दीदी है। भुख प्यास का कोई रूप दस सकदा? गुड़ की मिठास दीदी है। जे पूछिए भी गुड़ किन्ना क मिठा, नहीं जी बहुत मिठा। ये कोई दस सकदा किन्ना मिठा? नहीं दसिया जाता। इन्ना ही है भी मिठा, ये मिठास की चीज़ है, कोई दस सकदा? इस तरह ये जिहड़े इहो जिहे लोग है बेहुदा प्रश्न करते हैं ते बतंडावाद करते हैं। आप गए और हूँ खोवै, आग लगाए मंदिर में सोवै, अवरन हस्ताप है काने, तिनको देख कबीर ले जाने। इन्हां दी यह जी हालत है मनमुख लोगों की। तो सिर्फ उपड़ उपड़ी पाठ करी जाना,
ਕੋਈ ਹੋਰ ਇਹ 'ਚੋਂ ਕੱਢਣ ਪਾਉਣ ਨੂੰ ਨਹੀਂ, ਪਾਣੀ 'ਚ ਮਧਾਣੀ ਪਾਉਣੀ, ਉਹ 'ਚੋਂ ਕੋਈ ਮੱਖਣ ਤਾਂ ਨਿਕਲਣਾ ਹੀ ਨਹੀਂ। ਦੁੱਧ ਰਿੜਕਿਆ ਨਿਕਲਦਾ ਹੈ ਠੀਕ ਮੱਖਣ, ਨਹੀਂ ਨਿਕਲਦਾ ਨੀਰ ਬਰੋਲਿਆ ਹੋਵੇ। ਇਹ ਪਾਣੀ ਰਿੜਕਣ ਵਾਲੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੇ ਵਿੱਚ ਕੋਈ ਰਸ ਨਹੀਂ, ਜੀਵਾ ਰਸ ਨਹੀਂ ਰਾਈ, ਕੋਈ ਰਾਈ ਮਾਤਰ ਵੀ ਇਹਨਾਂ ਦੀ ਜ਼ੁਬਾਨ 'ਚ ਰਸ ਨਹੀਂ, ਬਿਲਕੁਲ ਫੋਕੀਆਂ ਗੱਲਾਂ ਕਰਦੇ ਆ। ਪਰ ਜਿਨ੍ਹਾਂ ਨੂੰ ਰਸ ਆ ਗਿਆ, ਆਤਮ ਰਸ ਜੇ ਜਾਣੇ, ਸੋ ਹੈ ਖਾਲਸ ਦੇਵ। ਉਹ ਖਾਲਸਾ ਜਿਹੜਾ ਦੇਵ ਪ੍ਰਕਾਸ਼ ਰੂਪ ਨੂੰ ਪ੍ਰਗਟ ਕਰਨ ਵਾਲਾ ਹੈ। ਸੋ ਇਸ ਵਾਸਤੇ ਮਹਾਰਾਜ ਕਰਦੇ ਹੁਣ ਸਰਕਾਰਾਂ ਵੀ ਬੜਾ ਜ਼ੋਰ ਲਾਇਆ ਹੋਇਆ। ਕਰੋਨਾ ਜੀ ਆ ਗਿਆ ਜੀ, ਕਰੋਨਾ ਆ ਗਿਆ ਹੈ, ਇਹ ਨਹੀਂ ਹੁਣ ਕਰੋਨੇ ਦਾ ਕਰੋ ਨਾ ਕੁਝ ਨਾ ਕਰੋ, ਅੰਦਰ ਵੜ ਕੇ ਬਹਿ ਜਾਓ। ਆਹ ਕਰੋਨੇ ਦਾ ਅਰਥ ਹੈ ਵੀ ਕਰੋ ਨਾ ਕੁਝ ਵੀ, ਅੰਦਰ ਲੁਕ ਜਾਓ। ਅੱਗੇ ਪੁਰਾਣੇ ਰਾਜੇ ਹੁੰਦੇ ਸੀ, ਉਹ ਬੜੇ ਬੜੇ ਯੱਗ ਹਵਨ ਕਰਦੇ ਸੀ, ਪਰਮਾਤਮਾ ਅੱਗੇ ਅਰਦਾਸਾਂ ਕਰਦੇ ਸੀ, ਕਿਉਂਕਿ ਦੁੱਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੇ ਚਿਤ। ਇਹ ਹੁਣ ਆਪਣਾ ਓੜ ਪੱਲਾ ਬਹੁਤ ਕਰਦੇ ਆ, ਹਾਂਜੀ। ਉਹ ਫਿਰ ਕਿਤੇ ਨਾ ਕਿਤੇ ਪਰਮਾਤਮਾ ਝਲਕ ਦਿਖਾਉਂਦਾ ਪਿਆ ਜੀ, ਹੁਣ ਲੋਕਡਾਊਨ ਕਰ ਦਿਓ ਜੀ, ਫਲਾਨਾ ਕਰ ਦਿਓ। ਇੱਧਰ ਦੇਖ ਲਓ, ਸੁਰਤੀ ਇਹਨਾਂ ਦੀ ਕਿਸੇ ਦੀ ਨਹੀਂ ਜਾਂਦੀ ਵੀ ਆਪਾਂ ਕੋਈ ਸਮੁੱਚੇ ਰੂਪ ਵਿੱਚ ਐਸਾ ਪੂਜਾ ਪਾਠ ਜਪ ਜਗ ਤਪ ਜਗ ਕਰੀਏ ਜਿਹਦੇ ਨਾਲ ਪਰਮਾਤਮਾ ਨੂੰ ਖੁਸ਼ ਕਰਕੇ, ਹਾਂਜੀ। ਇਹ ਬਿਮਾਰੀਆਂ ਵੀ ਉਹਦੇ ਵੱਲੋਂ ਹੀ ਆਉਂਦੀਆਂ। ਜਿਹੜੇ ਬੰਦਾ ਹੰਕਾਰੀ ਹੋ ਜਾਂਦਾ, ਉਹ ਫਿਰ ਕੋਈ ਨਾ ਕੋਈ ਭੇਜ ਦਿੰਦਾ। ਇਹ ਕਹਿੰਦੇ ਹੈ ਉਹ ਕਰ ਦਿਆਂਗੇ, ਉਹ ਫਿਰ ਰੱਬ ਰੂਪ ਹੈ ਨਹੀਂ, ਉਹ ਕਿਤੇ ਕਿਤੇ ਫਿਰ ਦਿਖਾਲ ਦਿੰਦਾ। ਕਿਤੇ ਭੁਚਾਲ ਆ ਗਿਆ, ਕਿਤੇ ਕੋਈ ਪਰਲੋ ਵਾਲੀ ਗੱਲ, ਲਹਿਰਾਂ ਲੁਹਰਾਂ ਆ ਗਈਆਂ, ਕਿਤੇ ਕੋਈ ਪਲੇਗ ਆ ਗਈ, ਕੋਈ ਡਾਕੀ ਹੈਜਾ ਆ ਗਿਆ, ਕਿਤੇ ਇਹੋ ਜਿਹਾ ਆ ਗਿਆ। ਜਦੋਂ ਦਿੱਲੀ ਮਹਾਰਾਜ 8ਵੇਂ ਪਾਤਸ਼ਾਹ ਗਏ, ਉਦੋਂ ਹੈਜੇ ਡਾਕੀ ਦੀ ਬਿਮਾਰੀ ਆਈ ਸੀ ਨਾ। ਔਰੰਗਜ਼ੇਬ ਨੇ ਪੂਰਾ ਜ਼ੋਰ ਲਾ ਲਿਆ ਸੀ, ਰਾਜ ਸੱਤਾ ਨੇ। ਅਖੀਰੀ ਫਿਰ ਆਏ ਰਾਜੇ ਜੈ ਸਿੰਘ ਦੁਆਰਾ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਅਤੇ ਮਹਾਰਾਜ ਨੇ ਫਿਰ ਜਲ ਦੇ ਉੱਤੇ ਸ੍ਰੀ ਜਪਜੀ ਸਾਹਿਬ ਪੜ੍ਹ ਕੇ ਇੱਕ ਕੁੰਡ ਵਿੱਚ ਪਾ ਦਿੱਤਾ ਸੀ। ਪਿਆ ਛਕੀ, ਚਲੋ ਜਿਹੜੇ ਛਕੀ ਜਾਂਦੇ ਸੀ ਉਹਨਾਂ ਦਾ ਹੈਜਾ ਦੂਰ ਹੋ ਜਾਂਦਾ ਸੀ। ਇਸ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਹੋਇਆ ਸੀ। ਫਿਰ ਬਾਬਾ ਵੀਰ ਸਿੰਘ ਨੂੰ ਬੇਨਤੀ ਕੀਤੀ ਨਰੰਗਾਬਾਦ ਵਾਲਿਆਂ ਨੂੰ, ਉਹਨੇ ਕਿਹਾ ਖੂਹੀ ਦਾ ਜਲ, ਅਤੇ ਮਹਾਰਾਜ ਰਣਜੀਤ ਸਿੰਘ ਨੇ ਗਾਗਰਾਂ ਭਰ ਭਰ ਕੇ ਸਾਰੇ ਰਾਜ ਵਿੱਚ ਉਹ ਜਲ ਵਰਤਾਇਆ ਸੀ, ਅਤੇ ਹੈਜਾ ਡਾਕੀ ਦੀ ਬਿਮਾਰੀ ਚਲੇ ਗਈ ਸੀ। ਕਹਿਣ ਤੋਂ ਭਾਵ ਹੁਣ ਇਹ ਲੋਕ ਇੱਧਰ ਤਾਂ ਧਿਆਨ ਨਹੀਂ, ਕਿਉਂਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਦਾ ਪਸਾਰਾ ਜੇ ਤਾਂ ਸੱਚ ਦਾ ਹੋਵੇ ਅਤੇ ਸੱਚ ਸਰੂਪੀ ਪਰਮਾਤਮਾ ਦਾ ਆਸਰਾ ਲੈਣ, ਉਧਰ ਅਸੀਂ ਤੁਰਦੇ ਨਹੀਂ ਹੈਗੇ। ਉਧਰ ਤੁਰ ਪਈਏ, ਮਹਾਰਾਜ ਕਹਿੰਦੇ ਸਰਬ ਰੋਕੋ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਦਿੰਦੇ, ਤੁਸੀਂ ਵੀ ਘਰਾਂ ਵਿੱਚ ਤੰਦਰੁਸਤੀ ਲਿਆਉਣੀ ਹੈ ਅਤੇ ਫਿਰ ਬਾਣੀ ਦਾ ਨਾਮ ਦਾ ਆਸਰਾ ਲਓ। ਹੁਣ ਆ ਜਹਾਜ਼ਾਂ ਜੂਜਾਂ 'ਚ ਆ ਅਤੇ ਉਹ ਫਲ ਵੀ ਨਹੀਂ ਦਿੰਦੇ, ਅਤੇ ਇਹਨਾਂ ਕਰੋਨਾ ਆ ਜਾਊਗਾ, ਅਤੇ ਮੀਟ ਸ਼ਰਾਬ ਖੁੱਲ੍ਹੀ ਵਰਤ ਰਹੀ ਹੈ। ਇਹਦੇ ਨਾਲ ਕਰੋਨਾ ਨਹੀਂ ਆਉਂਦਾ, ਉਹ ਜਹਾਜ਼ਾਂ ਵਰਤ ਰਿਹਾ। ਪਾਣੀ ਥਾਂ ਭਰ ਭਰ ਕੇ ਗਲਾਸ ਪੀ ਰਹੇ ਆ ਸ਼ਰਾਬਾਂ ਦੇ, ਇਹਦੇ ਨਾਲ ਕਰੋਨਾ ਨਹੀਂ ਹੈ। ਅਤੇ ਉਹ ਸੰਸਾਰ ਦੀ ਮੱਤ ਹੀ ਐਸੀ ਹੈ ਕਿ ਪੁੱਠੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਆਪਾਂ ਸਹੀ ਸਮਝੀ ਬੈਠੇ ਹਾਂ, ਜਿਹੜਾ ਸਹੀ ਹੈ ਉਹਨੂੰ ਗਲਤ ਸਮਝੀ ਬੈਠੇ ਹਾਂ। ਕਿਉਂਕਿ ਖੋਟੇ ਕੋ ਖਰਾ ਕਹੇ ਖਰਾ ਸਾਰ ਨਾ ਜਾਣੇ, ਅੰਧੇ ਕਾਨੋਂ ਪਾਰਖੂ, ਹਾਂਜੀ। ਕਲੀ ਕਾਲ ਵਡਾਣੇ, ਕਲਯੁਗ ਦਾ ਇਹ ਵਡਾਣ ਅਸਚਰਜ ਖੇਲ ਆ ਨਾ। ਸੱਚਾਈ ਤੋਂ ਹਰ ਪਾਸੇ ਰਾਜਾ ਚਾਹੇ ਪਰਜਾ, ਉਹ ਸਾਰੇ ਇੱਕੋ ਹੀ ਰਸੇ ਤੁਰੇ ਜਾ ਰਹੇ ਆ। ਪਰ ਜੇ ਆਪਾਂ ਮਹਾਰਾਜ ਦਾ ਆਸਰਾ ਲੈ ਕੇ ਤੁਰਾਂਗੇ, ਫਿਰ ਇਹ ਕਰੋਨੇ ਸ਼ਰੋਨੇ ਕੀ ਚੀਜ਼ ਹੈ, ਕੁਝ ਵੀ ਨਹੀਂ ਹੈਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਸਤਿਗੁਰ ਪੂਰਾ ਪਾਇਓ, ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਪਾਇਆ ਹੈ, ਪ੍ਰਾਪਤ ਕੀਤਾ। ਇਹ ਤੇ ਨਨਕਾਣਾ ਸਾਹਿਬ
ਮਹਾਰਾ ਹਰਖ ਵਾਲੇ ਲੰਗਰ ਲਾਉਂਦੇ ਹੁੰਦੇ ਸੀ। ਉਹ ਕਮੇਟੀਆਂ ਵਾਲਿਆਂ ਤਾਂ 12 ਵਜੇ ਡੱਫਲੀ ਵੱਜ ਜਾਂਦੀ ਸੀ। ਫਿਰ ਮਹਾਂਪੁਰਖਾਂ ਨੇ ਲੰਗਰ ਤੀਰਥਾਂ ਦੇ ਸ਼ੁਰੂ ਕੀਤੇ। ਫਿਰ ਸੰਗਤਾਂ ਭੁੱਖੀਆਂ ਜਾਂਦੀਆਂ। ਮਹੀਨਾ ਮਹੀਨਾ ਉਹ ਮੇਲਾ ਰਹਿੰਦਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਚ। ਹੁਣ ਤਾਂ ਬਹੁਤ ਔਖਾ ਹੋ ਜਾਂਦਾ ਥੋੜ੍ਹੇ ਦਿਨਾਂ 'ਚ। ਉੱਥੇ ਫਿਰ ਅੰਗਰੇਜ਼ ਸਰਕਾਰ ਸੀ ਅਤੇ ਇੰਨੀ ਪਬਲਿਕ, ਕੋਈ ਫਲੈਸ਼ਬਾਜ਼ ਤਾਂ ਹੁੰਦੇ ਨਾ, ਤੁਹਾਨੂੰ ਪਤਾ ਹੀ ਹੈ ਪੁਰਾਣੇ ਬਜ਼ੁਰਗਾਂ ਨੂੰ। ਉਹ ਪਬਲਿਕ ਜ਼ਿਆਦਾ, ਗੰਦਗੀ ਫੈਲ ਗਈ ਅਤੇ ਚਾਰ ਚੁਫੇਰੇ ਹੈਜਾ ਫੈਲਣਾ ਸ਼ੁਰੂ ਹੋ ਗਿਆ, ਬੜੀ ਬਦਬੂ। ਅਤੇ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਵੀ ਆਹ ਗੱਲ ਹੈ। ਉਹਨਾਂ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਗੁਰੂ ਨਾਨਕ ਪਾਤਸ਼ਾਹ ਤੇਰੇ ਅਵਤਾਰ ਸੰਤ ਦੇ ਦਰਸ਼ਨ ਕਰਨ ਲਈ ਸੰਗਤਾਂ ਆਈਆਂ, ਕਿਰਪਾ ਕਰੋ। ਇੱਕ ਸਵਾਸ ਉਹਨੇ ਅੰਦਰ ਖਿੱਚਿਆ ਕਿ ਬਾਹਰ ਕੱਢਿਆ, ਸਾਰੀ ਬਦਬੂ ਪਤਾ ਨਹੀਂ ਕਿੱਧਰ ਗਈ। ਚਾਰ ਚੁਫੇਰੇ ਜਿਵੇਂ 12 ਮੀਲਾਂ ਦੀ ਕਸਤੂਰੀ ਛਿੜਕੀ ਉਹ ਹੁੰਦੀ ਹੈ। ਇਸ ਕਰਕੇ ਭਾਈ ਗੱਲ ਹੈਗੀ ਆ, ਜੇ ਮਹਾਂਪੁਰਖਾਂ 'ਚ ਕੋਈ ਕਲਾ ਉਹ ਨਾਮ ਬਾਣੀ ਦੀ ਹੁੰਦੀ ਹੈ, ਜਿਹਨੇ ਸ਼ਬਦ ਦਾ ਅਭਿਆਸ ਕਰ ਕਰਕੇ ਸ਼ਬਦ ਦੇ ਮਾਲਕ ਨੂੰ ਸਾਖਿਆਤ ਕਰ ਲਿਆ, ਉਹਨਾਂ ਵਿੱਚ ਇਹ ਸਮਰੱਥਾ ਹੁੰਦੀਆਂ। ਅਤੇ ਜੇ ਕੋਈ ਰੀਸ ਰੂਸ ਕਰੇ ਉਹ ਤਾਂ ਫਿਰ ਬੜੀ ਮੁਸ਼ਕਲ ਗੱਲ ਆ। ਉਹਨਾਂ ਦੀ ਰੀਸ ਕਰੇ ਸੋ ਬਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਅਤੇ ਕਈ ਵਾਰੀ ਰੀਸ ਤਾਂ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਆ, ਅਤੇ ਪਰ ਹੰਸਾਂ ਦੇ ਤਰੰਦਿਆਂ ਬਾਗਾਂ ਪਿਆ ਚਾਓ, ਡੋਬੂਏ ਬਾਗ ਬੱਪੜੇ ਸਿਰ ਤਲ ਉੱਪਰ ਪਾਓ, ਉਹ ਨਹੀਂ ਹੁੰਦੀ। ਉੱਥੇ ਪਹੁੰਚਣ ਵਾਸਤੇ ਕਮਾਈ ਕਰਨੀ ਪੈਂਦੀ ਹੈ। ਮਹਾਂਪੁਰਖਾਂ ਦੀਆਂ ਕਸਵੱਟੀਆਂ ਝੱਲ ਕੇ ਫਿਰ ਉਹ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ। ਰਹਾਉ ਪਿਛਲੀ ਪੰਕਤੀ ਫੇਰ ਪੜੋ। ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ। ਧੰਨ ਬਾਬਾ ਭਾਗ ਸਿੰਘ ਜੀ ਮਹਾਰਾਜ ਕੁਰੀ ਵਾਲੇ ਰਾਵਲਪਿੰਡੀ ਦੇ ਇਲਾਕੇ 'ਚ ਪਚਾਦੇ ਹੁੰਦੇ ਸੀ ਨਾ। ਮਹਾਰਾਜ ਰਣਜੀਤ ਸਿੰਘ ਰੋਜ਼ ਹੀ ਸਿਆਪਾ ਰੱਖਦੇ ਸੀ। ਉਹਨਾਂ ਦੀ ਸੋਟੀ ਤੇ ਉਹ ਡਰਦੇ ਭੱਜਦੇ ਹੁੰਦੇ ਸੀ। ਇੰਨੀ ਬਰਕਤ ਸੀ ਮਹਾਂਪੁਰਖਾਂ ਦੇ। ਉਹਨਾਂ ਨੇ ਪਰਨ ਕਰ ਲਿਆ ਕਿ 1.25 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ। ਪੁਰਾਣੇ ਗੁਰਸਿੱਖਾਂ 'ਚ ਰਿਵਾਜ ਹੁੰਦਾ ਸੀ। ਹੁਣ ਤਾਂ ਪਹਿਲਾਂ ਹੀ ਆਪਾਂ ਕਹਿੰਦੇ ਉੱਪਰਲੇ ਡੰਡੇ ਨੂੰ ਹੱਥ ਪਾ ਲਈਏ। ਆਨੰਦ ਬਾਜੇ ਤੇ 10 ਦੁਆਰ ਤੁਰੇ ਖੜਦੇ ਨਹੀਂ। ਇਹੋ ਨਹੀਂ ਹੁੰਦੀਆਂ ਗੱਲਾਂ। ਸਟੈਪ ਬਾਈ ਸਟੈਪ ਤੁਰੀਏ, ਫੇਰ ਕੋਈ ਮਜਲ ਮਿਲਦੀ ਹੁੰਦੀ ਹੈ। ਜਲਦਬਾਜ਼ੀ ਕਾਹਲੀ ਨਾ ਨੇ। ਉਬਲਿਆ ਚਟਾਂਗੇ, ਮੂੰਹ ਸੜੇਗਾ, ਬਿਮਾਰੀਆਂ ਪੈਦਾ ਹੋਣਗੀਆਂ। ਵਿਚਾਰ ਨਾਲ ਚੱਲਣਾ ਪੈਂਦਾ। 1.25 ਲੱਖ ਤੇ ਜਿਹੜੇ 40,000 ਕੀਤਾ ਨਾ, ਸ਼ਕਤੀਆਂ ਆ ਕੇ ਮੋਹਰੇ ਖੜਨ ਲੱਗ ਪਈਆਂ। ਉਹਨੇ ਕਿਹਾ ਪਰਮੇਸ਼ਰੀ ਮਾਇਆ ਬੜੀ ਪਰਬਲ ਭਰਮਾ ਨਾ ਦੇਵੇ ਵੀ ਹੁਣ ਕਿਸੇ ਮੁਰਸ਼ਦ ਦੀ ਲੋੜ ਪੈਣੀ ਹੈ, ਗੁਰੂ ਪੀਰ ਦੀ। ਫਿਰ ਦ੍ਰਿਸ਼ਟੀ ਜਿਹੜੇ ਦੜਾਈ ਤੇ ਬਾਬਾ ਸਾਹਿਬ ਸਿੰਘ ਬੇਦੀ ਵੱਲ ਗਈ ਸੁਰਤ ਕਿ ਉਹ ਪੂਰਨ ਮਹਾਂਪੁਰਖ ਹੈ। ਉੱਥੇ ਫਿਰ ਚਲਾ ਗਿਆ। ਉਹ ਜਾਣੀ ਜਾਣ ਕਹਿੰਦੇ ਆਪ ਭਾਗ ਸਿੰਘ ਤੇਰੇ ਜਪਜੀ ਸਾਹਿਬ ਅਸੀਂ ਪੂਰੇ ਕਰਾਵਾਂਗੇ। ਕਹਿੰਦੇ ਵੀ ਪੂਰੇ ਹੀ ਆ। ਬਸ ਫਿਰ ਉਹਨਾਂ ਨੇ ਜੀ ਦੇਖੀਏ ਵੀ ਪੂਰਾ ਉਤਰਦਾ। ਕਹਿਣਾ ਫਲਾਣੇ ਜੱਟ ਦੇ ਖੇਤ 'ਚ ਘੋੜੇ ਘੋੜੀਆਂ ਚਰਾ ਕੇ ਲਿਆ। ਉਹ ਜਿਹਦਾ ਨੁਕਸਾਨ ਹੋਵੇ ਉਹ ਬਾਬਾ ਜੀ ਕੋ ਮਹਾਰਾਜ ਤੁਹਾਡਾ ਨਵਾਂ ਚੇਲਾ ਨੁਕਸਾਨ ਬਹੁਤ ਕਰ ਰਿਹਾ, ਉਹਦਾ ਹਰਜਾਨਾ ਭਰ ਦੇਣਾ, ਇਹਨੂੰ ਡਟਣਾ, ਮੁੜ ਕੇ ਫੇਰ ਭੇਜ ਦੇਣਾ। ਫਿਰ ਇਸੇ ਤਰ੍ਹਾਂ ਇੱਕ ਦਿਨ ਫਿਰ ਫੌੜਿਆਂ ਨਾਲ ਕੁੱਟਿਆ, ਕੁੱਟ ਕੇ ਕੱਢਦਾ। ਚੰਗਾ ਆਇਆ ਬ੍ਰਹਮ ਗਿਆਨ ਲੈਣ, ਅਲਾਮੇ ਦਵਾਈ ਜਾਣਾ ਅਤੇ ਕਿਲੇ ਦੇ ਦਰਵਾਜ਼ੇ ਬੰਦ ਕਰਤੇ। ਮੀਂਹ ਹਨੇਰੀ ਬੜਾ ਝੱਖੜ। ਸੰਗਤ ਨੇ ਮਾਰਾ ਕਿਰਪਾ ਕਰੋ, ਰਹਿਮ ਕਰੋ। ਕਹਿੰਦੇ ਜਿਹੜਾ ਸਿਫਾਰਿਸ਼ ਕਰੂ ਉਹਦੀ ਵੀ ਇਹੀ ਹਾਲਤ ਹੋਊ। ਫਿਰ ਸੰਗਤ ਨੇ ਬੇਨਤੀ, ਕਹਿੰਦੇ ਬੁਲਾਓ। ਕਹਿੰਦੇ ਗਿਆ ਨਹੀਂ ਹੋਏ। ਕਹਿੰਦੇ ਮਹਾਰਾਜ ਜਾਵਾਂ ਕਿੱਥੇ? ਬਿਆਦਰ ਨਹੀਂ ਕੈਦਰ ਜਾਓ। ਕਿੱਥੇ ਜਾਈਏ? ਕੋਈ ਥਾਂ ਹੀ ਹੈ ਨਹੀਂ। ਕਹਿੰਦੇ ਆ ਜਾ। ਦੇਖਣਾ ਸੀ ਵੀ ਹੋਂਦ ਮਰ ਗਈ ਕਿ ਨਹੀਂ। ਇਹਦਾ ਨਾਂ ਜੀਵਤ ਭਾ ਹੰਕਾਰ ਤੋਂ ਮਰਨਾ। ਹੁਣ ਅੱਜ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ, ਪਾਲਦੇ ਸਾਰਾ ਕੁਛ।
ਇਹ ਤਾਂ ਆਪਣੀ ਹੋਂਦ ਮਿਟਾਉਣੀ ਪੈਂਦੀ ਹੈ। मिटा दे अपनी हस्ती को ये कश मरातबा चाहें, दाना खाक में मिलकर गुले गुलजार होता है। कोई बीज अपना आप गालूगा फिर वृक्ष बनू, फिर बीज पैदा हो। तो जो अपनी होंद रखता फिर दाना नहीं है, वो तो एक पत्थर है। कोरड़ मोड़ जनेहा हुण सारे मां गल जाते हैं, वो कोकड़ू तो उवें ही रहिंदा ना। कई संगत च रोज़ आउंदे पर वो कोकड़ू ही है, अवसर नहीं कोई भी। इत्थे आके भी उन्हें उही काम करना जिहड़ा बाहर करदे आ। सो संगत विच आके जिहड़ा अपनी होंद मिटा के सेवा करदा, सत्संग करदा, बाणी पढ़दा, वो तां झोलियां भर लैंदा ते बाकी जिहो जिहे आए उहो जिहे चल जांदे। सो इस करके महाराज सच्चे पातशाह ने फिर उन्हां दे बख्शिश कर दित्ती ते रूहानियत। एक दिन दे भाग सियां, किन्ने दिन समाधि लाएगा? 8 दिन 7 दिन किन्ने दिन? कहंदे महाराज हुक्म, कहंदे चंगा 8 दिन। महीना 6 महीने 2 तंबू लग गए, एक च बाबा भाग सिंह जी बह गए, एक च महाराज ऊने वाले बाबा साहब बेदी। बाहर नंगियां तलवारां दे पहरे लग गए, ना खाना ना पीना ना उठना, ना कोई हाजत करिया। या खाना पीना ने हाजत करिया कादी? 6 महीने हो गए। फिर बाबा भाग सिंह ने कहा भी समाधि तो ला सकते हैं, पर ये मेरे मुरशद, मैं उन्हों का शागिर्द हाँ। भावें अवस्था एको ही मिल गई है, पर फिर भी गुरु का अदब करना जरूरी है। वो घुंगूया मारिया, कहते डोल गया। कहते नहीं महाराज, तुसीं गुरु, मैं शेष, शेष नूं गुरु का मुकाबला नहीं करना चाहिए। गज के बोलो सतनाम। अही तो हुण गुरु गोबिंद सिंह तो भी गाहां निकलण नूं तैयार होए हों। असीं जी खालसे हैं, भावें महाराज ने अपने खालसे नूं सत्कार दिता, पर फिर भी गुरु शक्ति दे अंतर्गत हो के वरतीए फिर तां खालसा बख्शिश लै लो। ते जे महाराज तो मोहरे हो के तुरांगे ना, फिर नहीं बख्शिश मिलनी। इसे करके मार खा रहे हैं। वो शरधा भगती जड़ी सी, प्यार सी, वो निकल गया। तो गुरु अंगद साहब, गुरु अमरदास साहब का इतिहास पढ़ लियो। महाराज ने बांह च बांह पाई सी ना, तो गुरु अमरदास की बांह निकल गई सी। तो गुरु की बेअदबी की। खडूर साहब तो जल लैन आना, कि खडूर साहब खूह है ना, ब्यास तो मंगवाते ही बजुर्ग कुड़मा सके 72 तो 84 साल तक गए। वो बांह तो काम नहीं लिया, तू मारे तो अगे निकली है, एवं बन रखी। इन्ना सत्कार पिछल खुरी जाना, जिले खडूर साहब की हद मुके फे कर बठ। अज साडे अंदर भावना किन्नी के, जे भावना नहीं रही तो पल्ले भी कुछ नहीं। शरधा वन लभते ज्ञान संजते अंदर आ, जिन्हों ने अपने मन बुद्धि इंद्रियां दे काबू किया और शरधा भावना रखते हैं, उन्होंने ज्ञान की उपलब्धि प्राप्ति होंदी है। ये गल्लां ना प्राप्त होने वाला नहीं, गली ज्ञान ढूंढी कथना करड़ा सार। अजकल जग कौआ मुख चुंझ ज्ञान, ज्ञान की चुंझ लगी है। शराब पीती होंदी है, जे उन्होंने सिक्ख्या तुसीं बाणी पढ़िया करो, तुसीं की लेना। वो साडे उत्थे ग्रंथी ने कहा भी शराब नहीं पीनी, उन्हें ग्रंथी नूं कुटिया। कहते तेरी पीने, अपने पैसे की पीने, तेरा की ढिड दुखदा। अजकल तो लोग क्यों तुरे हुए हैं कि मूर्खां नूं उपदेश देना भी महंगा पैंदा। तां ही कहा ना, सार किताब लिख जन पात्र कपात्र को सोध कै बोध करे बुद्धवान जो बोध प्रकाशे। हाँ जी, रहाऊ। विश्राम दे के पातशाह जी कृपा करते हैं। गुण निधान रिद भीतर वसिया। गुणां दा निधान खजाना रूपी मालक उदा प्यार जदों हिरदे विच वस गया, तां दुख भरम भौ भागा। ना दुख रहा, ना भरम रहा, ना भौ रहा। ये सारियां चीज़ां दौड़ जांदियां हन। भई प्राप्त वस्त अगोचर। ये जिहड़ी अगोचर मन बुद्धि इंद्रियां दे विषय सी, आत्मा रूपी वस्तु वो उन्होंने प्राप्त हो गई है। राम नाम रंग लागा। राम नाम परमेश्वर का जो भजन किया,
ਤੇ ਉਹਨਾਂ ਨੂੰ ਫੇਰ ਰੰਗ ਲੱਗ ਗਿਆ, ਕਿਹੜਾ? ਗੁਰੂ ਦੇ ਪਿਆਰ ਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਬਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਪ੍ਰਭ ਪਾਇਆ ਸੁਖਦਾਈਆ ਨਾ ਮੇਟਿਆ ਜਾਏ। ਉਹ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਚਿੰਤ ਅਚਿੰਤਾ ਸੋਚ ਅਸੋਚਾ। ਅੱਗੇ ਤਾਂ ਚਿੰਤਾ ਰਹਿੰਦੀ ਸੀ, ਕਿੱਥੋਂ ਖਾਵਾਂਗੇ ਪੀਵਾਂਗੇ ਪਹਿਨਾਂਗੇ, ਕੁੜੀ ਵਿਆਹੁਣ ਵਾਲੀ ਆ, ਕਰਜ਼ਾ ਲਾਉਣ ਵਾਲਾ, ਫਲਾਨਾ ਧਿਮਕੜਾ, ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ, ਇਸ ਤਰ੍ਹਾਂ ਦੀਆਂ ਬਹੁਤ ਸੀਗੀਆਂ। ਉਹ ਸਾਰੀਆਂ ਚਿੰਤਾ ਤੋਂ ਅਚਿੰਤ ਹੋ ਗਏ। ਕੋਈ ਫਿਕਰ ਹੀ ਨਹੀਂ ਕਿ ਮਹਾਰਾਜ ਸਾਰੇ ਕਾਰਜ ਆਪੇ ਕਰਦੇ। ਜਿਹੜੀਆਂ ਅੱਗੇ ਸੋਚਾਂ ਸੀ ਉਹ ਵੀ ਖਤਮ ਹੋ ਗਈਆਂ, ਸੋਚਾਂ ਤੋਂ ਵੀ ਅਸੋਚ ਹੋ ਗਏ। ਉਹਨਾਂ ਦੇ ਕਾਰਜ ਨਿਰੰਕਾਰ ਪਰਮੇਸ਼ਰ ਆਪਣੇ ਆਪੇ ਸਾਰੇ ਕਾਰਜ ਕਰ ਕਰਾ ਰਿਹਾ ਹੈ। ਸੋਗ ਲੋਭ ਮੋਹ ਥਾਕਾ। ਸੋਗ ਵੀ ਕੋਈ ਨਹੀਂ ਰਿਹਾ, ਲੋਭ ਨਹੀਂ ਤੇ ਮੋਹ ਇਹ ਵੀ ਥੱਕ ਕੇ ਜਿੰਨੇ ਸੀ ਬਕਾਰ ਸਾਰੇ ਕਫੂਰ ਹੋ ਗਏ, ਉੱਡ ਗਏ ਹਨ। ਹਉਮੈ ਰੋਗ ਮਿਟੇ ਕਿਰਪਾ ਤੇ। ਜਦੋਂ ਮਹਾਰਾਜ ਦੀ ਕਿਰਪਾ ਹੋ ਗਈ, ਇਹ ਹਉਮੈ ਦੀ ਬਿਮਾਰੀ ਇਹ ਵੀ ਨਾਮ ਦੀ ਬਰਕਤ ਨਾਲ ਦੂਰ ਹੋ ਜਾਂਦੀ ਹੈ। ਜਮ ਤੇ ਭਏ ਬੇਬਾਕਾ। ਉਹ ਜਮ ਤੋਂ ਵੀ ਬੇਬਾਕਾ, ਮੈਨੇ ਬੇਪਰਵਾਹ ਹੋ ਗਿਆ। ਇੱਕ ਵਾਰੀ ਸੰਤ ਹਰ ਕੋਲੋਂ ਕਹਿੰਦੇ, ਮਹਾਰਾਜ ਜੇ ਤੁਹਾਡੇ ਸਤਸੰਗੀਆਂ ਨਾਲ ਜਮਰਾਜ ਕੋਈ ਵਧੀਕੀ ਕਰੇ, ਕਹਿੰਦੇ ਕੰਨੋਂ ਫੜ ਕੇ ਜਮ ਨੂੰ ਬਦਲ ਦਿਆਂਗੇ। ਵਾਹਿਗੁਰੂ। ਉਹ ਵੀ ਕਹਿੰਦੇ ਇੱਕ ਕਰਿੰਦਾ ਹੀ ਹੈ, ਕੋਈ ਮਾਲਕ ਤੇ ਨਹੀਂ ਹੈ। ਵੀ ਸੰਜੀਵਨੀਪੁਰੀ ਦਾ ਮਾਲਕ ਬਣ ਕੇ ਬਹਿ ਗਿਆ, ਕਹਿੰਦੇ ਜਮਰਾਜ ਨੂੰ ਬਦਲ ਦਿਆਂਗੇ। ਏਡੀ ਵੱਡੀ ਤਾਕਤ ਵਾਹਿਗੁਰੂ ਦੇ ਪਿਆਰਿਆਂ ਵਿੱਚ ਪਰਮੇਸ਼ਰ ਵੱਲੋਂ ਬਖਸ਼ੀ ਹੁੰਦੀ ਹੈ। ਕਹਿੰਦੇ ਜੇ ਸਾਡੇ ਗੁਰਸਿੱਖਾਂ ਨਾਲ ਨਾਮ ਬਾਣੀ ਅਭਿਆਸ ਕਰਨ ਵਾਲਿਆਂ ਨਾਲ ਉਹ ਬੇਨਿਆਈ ਕਰੇਗਾ ਤੇ ਜਮਰਾਜ ਨੂੰ ਬਦਲ ਦਿਆਂਗੇ। ਇਹ ਤਾਕਤਾਂ ਹੁੰਦੀਆਂ ਕਮਾਈ ਵਾਲੇ ਪੁਰਸ਼ਾਂ ਦੇ ਅੰਦਰ। ਪਾਤਸ਼ਾਹ ਜੀ ਕਹਿੰਦੇ ਜਮ ਤੇ ਭੈ ਬਵਾਕਾ, ਉਹ ਜਮਾਂ ਦੇ ਭੈ ਤੋਂ ਵੀ ਬਵਾਕਾ, ਨਿਡਰ ਬੇਪਰਵਾਹ ਹੋ ਜਾਂਦੇ ਹਨ। ਗੁਰ ਕੀ ਟਹਿਲ ਗੁਰੂ ਕੀ ਸੇਵਾ। ਇਹ ਬਰਕਤ ਕਿੱਥੋਂ ਮਿਲਦੀ ਹੈ? ਗੁਰੂ ਦੀ ਟਹਿਲ ਕਰਨ, ਗੁਰੂ ਦੀ ਸੇਵਾ ਕਰਨੇ ਦੇ ਨਾਲ। ਗੁਰ ਕੀ ਆਗਿਆ ਭਾਣੀ। ਉਹਨਾਂ ਨੂੰ ਗੁਰੂ ਦੀ ਆਗਿਆ ਭਾ ਜਾਂਦੀ ਆ, ਗੁਰੂ ਦੀ ਆਗਿਆ ਦੇ ਅਨੁਸਾਰ ਚੱਲਦੇ ਆ। ਕਿਉਂਕਿ ਭਾਈ ਜਿਹੜਾ ਉਹ ਭਾਈ ਨਾਮ ਆਗਿਆ ਦਾ ਭਾਈ, ਉਹ ਹੈ ਜਿਹੜਾ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ, ਉਹਦਾ ਨਾਮ ਭਾਈ ਹੈ। ਹੁਣ ਤਾਂ ਮੂਲੀਆਂ ਵਾਲਾ, ਮਰੂੰਡੇ ਵਾਲਾ, ਇਹ ਮਰੂੰਡੇ ਵਾਲਾ ਭਾਈ ਹੈ ਜੀ। ਇਹ ਮੂਲੀਆਂ ਵੇਚਣ ਵਾਲਾ, ਗਾਜਰਾਂ ਵੇਚਣ ਵਾਲਾ ਭਾਈ ਹੈ। ਭਾਈ ਹੁੰਦਾ ਜਿਹੜਾ ਗੁਰੂ ਨੂੰ ਭਾ ਜਾਏ, ਮਨਜ਼ੂਰ ਹੋ ਜਾਏ। ਕਹੋ ਨਾਨਕ ਜਿਨ ਜਮ ਤੇ ਕਾਢੇ। ਪਾਤਸ਼ਾਹ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਸਿਧਾਂਤ ਦੱਸਦੇ ਆ, ਅਸੀਂ ਉਸ ਗੁਰੂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਜਮਾਂ ਦੇ ਜਿਹੜੇ ਪੈਦਾ ਕੀਤੇ 18 ਕੁੰਭੀ ਨਰਕ ਉਹਨਾਂ ਵਿੱਚੋਂ ਕੱਢ ਲਿਆ ਹੈ। ਤਿਸ ਗੁਰ ਕੈ ਕੁਰਬਾਨੀ। ਅਸੀਂ ਉਸ ਗੁਰੂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਬਾਬਾ ਹਰਨਾਮ ਸਿੰਘ ਪੁੱਛੋਂ ਵਾਲੇ ਹੋਏ ਨਾ ਮਹਾਂਪੁਰਖ, ਉਹਨਾਂ ਨੇ ਇੱਕ ਮੁਨਸ਼ੀ ਰੱਖਿਆ ਹੁੰਦਾ ਸੀ। ਜਦੋਂ ਕੋਈ ਆਉਣਾ, ਤੇਰਾ ਕੀ ਨਾਂ ਹੈ? ਤੇਰੇ ਪਿਓ ਦਾ ਨਾਂ, ਦਾਦੇ ਦਾ, ਲੱਕੜ ਦਾਦੇ, ਛੱਕੜ ਦਾਦੇ ਦਾ, ਉਹ ਸਾਰੇ ਗਿਣ ਗਿਣਾ ਕੇ ਜਦ ਇਹ ਸਾਰੇ ਨਰਕ ਚੋਂ ਕੱਢਤੇ। ਇੱਕ ਵਾਰੀ ਪਲੇਗ ਪੈ ਗਈ ਤੇ ਕੋਈ ਉਪਚਾਰ ਨਾ ਹੋਵੇ, ਅੰਗਰੇਜ਼ ਰਾਜ ਸੀ ਤੇ ਮਹਾਂਪੁਰਖਾਂ ਕੋ ਆਇਆ, ਮਹਾਰਾਜ ਪਲੇਗ ਬੜੀ ਪਈ ਹੋਈ ਹੈ, ਇਹ ਬੰਦੇ ਫੂਕ ਕੇ ਆਉਣੇ ਆ, ਹੋਰ 10-15 ਲਾਸ਼ਾਂ ਪਈਆਂ, ਹੁਣ ਤਾਂ ਲੱਕੜਾਂ ਵੀ ਮੁੱਕ ਗਈਆਂ ਫੂਕਣ ਲਈ, ਕਿਵੇਂ ਕਰੀਏ? ਵੀ ਪਾਥੀਆਂ ਵੀ ਨਹੀਂ ਰਹਿ ਗਈਆਂ, ਰੋਟੀਆਂ ਕਾਹਨਾਂ ਪਕਾਉਣੀਆਂ? ਮਹਾਰਾਜ ਕਹਿੰਦੇ ਅੱਛਾ, ਉੱਥੇ ਇੱਕ ਮਜਬੀ ਸੀ, ਉਹਦਾ ਨਾਂ ਸੀ ਬੱਲਾ, ਉਹਦੇ ਘਰ ਵਾਲੀ ਦਾ ਨਾਂ ਸੀ ਬਖੋ। ਉਹਨੂੰ ਬੁਲਾ ਲਿਆ ਤੇ ਮਹਾਂਪੁਰਖ ਜਦੋਂ ਬੋਲਦੇ ਹੁੰਦੇ ਸੀ ਰਮਜ ਮਾਰਦੇ ਹੁੰਦੇ ਸੀ, ਬਹੁਤ ਵਿਦਵਾਨ ਸੀਗੇ। ਉਸ ਵੇਲੇ ਉਹ ਰਮਜ ਉਹਨਾਂ ਨੇ ਦਿੱਤੀ, ਬੱਲਿਆ ਬਖੋ ਨੂੰ ਸਮਝਾ, ਤੇਰਾ ਕੰਮ ਦਊ ਗਵਾ। ਉਹ ਹੁਣ ਮਤਲਬ ਕਾਲ ਨੂੰ ਤੇ ਬੱਲਾ ਕਹਿੰਦੇ ਆ ਤੇ ਮੌਤ ਨੂੰ ਬਖੋ ਕਹਿੰਦੀ ਹੈ। ਬੱਲਿਆ ਬਖੋ ਨੂੰ ਸਮਝਾ, ਪੈ ਗਈ ਭੈੜੇ ਰਾਹ, ਤੇਰਾ ਕੰਮ ਦਊ ਗਵਾ। ਬਸ ਉਹ ਬਚਨ ਕੀਤਾ,
ਸਾਰੀ ਪਲੇਗ ਪਲੂਗ ਹੜਾਤੀ। ਵਾਹਿਗੁਰੂ। ਪਰ ਜੇ ਕਹੀਏ ਗੱਲਾਂ ਨਾ, 7 ਲੱਖ ਪਾਠ ਹਰ ਕੀ ਪੌੜੀ ਦੇ ਸਾਹਮਣੇ ਬਹਿ ਕੇ ਸ੍ਰੀ ਜਪਜੀ ਸਾਹਿਬ ਦਾ ਕੀਤਾ। 7 ਲੱਖ। ਤੇ ਹੁਣ ਘਰਾਂ 'ਚ ਉਹਦਾ ਬਾਣੀ ਚਲੇ ਗਈ ਹੈ, ਬਾਣਾ ਵੀ ਚਲੇ ਗਿਆ, ਸਤਸੰਗ ਵੀ ਚਲੇ ਗਿਆ, ਬਚਨ ਮਨਾਉਣ ਲਈ ਸੇਵਾ ਵਾਲੀ ਭਾਵਨਾ ਵੀ ਚਲੇ ਗਈ। ਹੁਣ ਤਾਂ ਇਕੱਲੇ ਇਕੱਲੇ ਨੂੰ ਸੇਵਾਦਾਰ ਚਾਹੀਦੇ ਆ, ਸਾਡੀ ਡਿਊਟੀ ਕੋਈ ਕਰੇ। ਆ ਬੁੱਢੇ ਬੁੱਢੀਆਂ ਧੱਕੇ ਖਾਂਦੇ ਫਿਰਦੇ ਆ, ਬੁਰਾ ਹਾਲ ਹੋਇਆ। ਬਿਰਧ ਆਸ਼ਰਮ ਖੁੱਲ ਰਿਹਾ, ਯਤੀਮਖਾਨੇ ਖੁੱਲ ਰਿਹਾ। ਕਿਉਂ? ਅਸੀਂ ਬੁੱਢੇ ਬੁੱਢੀਆਂ ਨਹੀਂ ਸੰਭਾਲਦੇ, ਤਾਂ ਹੀ ਖੁੱਲ ਰਿਹਾ ਨਾ। ਦੇ ਜੇ ਸੰਭਾਲ ਲਈ ਆਪੋ ਆਪਣੇ ਬੁੱਢੇ ਬੁੱਢੀਆਂ, ਫਿਰ ਇਹਨਾਂ ਦੀ ਲੋੜ ਕੀ ਹੈ? ਉਹ ਸੇਵਾ ਵਾਲੀ ਭਾਵਨਾ ਖਤਮ ਹੋ ਗਈ ਹੈ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨ ਰੱਖਿਓ ਕਰ ਸੁਕਰ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜੈ ਸੁਭਾਇਆ ਵਡਿਆਈ ਵੱਡਾ। ਇਸ ਕਰਕੇ ਗੁਰੂ ਪਿਆਰਿਓ, ਇਹ ਚੀਜ਼ਾਂ ਸਾਡੇ ਗੁਰੂ ਸਾਹਿਬ ਆਪ ਧੰਨ ਗੁਰੂ ਅਮਰਦਾਸ ਸਾਹਿਬ, ਮਾਤਾ ਖੀਵੀ ਜੀ, ਆ ਗੁਰੂ ਗ੍ਰੰਥ ਸਾਹਿਬ 'ਚ ਨਾਂ ਲਿਖਿਆ ਮਾਤਾ ਦਾ। ਮਾਤਾ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ। ਇਸ ਕਰਕੇ ਸੇਵਾ ਜਿਹੜੀ ਹੈ ਇਹ ਬਹੁਤ ਵੱਡੀ ਚੀਜ਼ ਹੈ। ਔਰ ਨਾਲ ਸਤਸੰਗ ਕਰਨਾ, ਸੇਵਾ ਦੀ ਸਮੱਤ ਲੈਣੀ, ਵੀ ਸੇਵਾ ਕਰਨੀ ਕਿਵੇਂ ਹੈ ਇਹ ਵੀ ਸੋਝੀ ਲੈਣੀ ਪੈਂਦੀ। ਬਾਬਾ ਅਤਰ ਸਿੰਘ ਮਹਾਰਾਜ ਮਸਤੂਆਂ ਵਾਲੇ ਰਾਵਲਪਿੰਡੀ ਗਏ ਸੀ, ਜਿੱਥੇ ਕੁਟੀਆ 'ਚ ਮਸਤੂਆਂ ਪੜ੍ਹਨ ਸੀ ਨਾ। ਇੱਕ ਪ੍ਰੇਮੀ ਨੇ ਪੋਹ ਦਾ ਮਹੀਨਾ ਤੇ ਪੱਖਾ ਲੈ ਕੇ ਚੱਲਣਾ, ਬਸੰਤ ਉੱਤੇ ਬੈਠੇ ਆ। ਕਹਿੰਦੇ ਨਾ ਪੱਖਾ ਫੇਰੀ ਪਾਣੀ ਢੋਵਾਂ, ਐਉਂ ਲਾ ਪਿਆ। ਜਿਹੜੇ ਸੰਤ ਮਹਾਰਾਜ ਆਏ, ਕਹਿੰਦੇ ਪ੍ਰੇਮੀਆਂ ਤੇਰੇ ਪੱਖੇ ਦੀ ਹਵਾ ਰਾਵਲਪਿੰਡੀ ਪਹੁੰਚਦੀ ਰਹੀ ਹੈ, ਪਰ ਰੁੱਤ ਵਿਚਾਰ ਲਿਆ ਕਰ ਕਿਤੇ ਨਮੂਨੀਆ ਨਾ ਕਰ ਦੇਈਂ ਵੀ ਪੱਖੇ ਦੀ ਸੇਵਾ ਕਰਨੀ ਕਦੋਂ। ਕਿਉਂਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਆ ਮਾਨ, ਅਕਲੀ ਪੜ੍ਹ ਕੇ ਬੁਝੀਆ ਤੇ ਅਕਲੀ ਕੀਚੈ ਦਾਨ। ਵਿਚਾਰ ਦੀ ਹਰ ਜਗ੍ਹਾ ਲੋੜ ਹੈ ਸੇਵਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਹਾਂਜੀ ਬੋਲੋਗੇ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਨੀ। ਜਿਹੜੇ ਗੁਰੂ ਨੇ ਸਾਨੂੰ ਜਮਾਂ ਦੀਆਂ ਬਣਾਈਆਂ ਹੋਈਆਂ ਆ ਨਰਕਾਂ ਦੀਆਂ ਜਿਹੜੀਆਂ ਪੁਰੀਆਂ, ਉਹਨਾਂ 'ਚੋਂ ਕੱਢ ਲਿਆ, ਅਸੀਂ ਉਸ ਗੁਰ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਸਾਧ ਸੰਗਤ ਜੀ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਵਿਚਾਰ ਆਪ ਜੀ ਨੇ ਸ਼ਰਵਣ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਵਿਚਾਰਧਾਰਾ ਸਾਡੇ ਹਿਰਦੇ ਨਿਵਾਸ ਕਰੇ। ਆਈ ਸੰਗਤ ਨੂੰ ਜੀ ਆਇਆਂ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘ, ਢਾਡੀ ਸਿੰਘ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਕੇ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਅਗਲਾ ਜੋ ਪ੍ਰੋਗਰਾਮ ਹੈ ਢਾਡੀ ਜਥਾ, ਕਿਉਂਕਿ ਇਹ ਵੀ ਜ਼ਰੂਰੀ ਹੈ ਨਾ ਕਿ ਢਾਡੀ ਸਿੰਘ ਫਿਰ ਵੀਰ ਰਸ ਪੈਦਾ ਕਰਦੇ ਆ। ਨਹੀਂ ਤਾਂ ਜੈਨੀ ਬੋਧੀਆਂ ਨੇ ਲਾਤਾ ਸੀ, ਨਹੀਂ ਜੀ ਜੇ ਇੱਕ ਮੂੰਹ 'ਤੇ ਚਪੇੜ ਮਾਰੇ ਦੂਆ ਪਾਸਾ ਕਰ ਦਿਓ। ਹਾਂਜੀ, ਜਿਹੜੇ ਬਦੰਤੀ ਸੀ ਉਹਨੇ ਕਹਿਣਾ ਜੀ ਇਹ ਸਭ ਮਿਥਿਆ ਹੈ, ਫਲਾਨਾ ਹੈ, ਆਤਮਾ ਸੱਚ ਹੈ। ਉਹ ਮਿਥਿਆ ਮੁਸਲੇ ਆ ਗਏ, ਉਹ ਕਹਿੰਦੇ ਤੁਹਾਨੂੰ ਮਿਥਿਆ, ਸਾਨੂੰ ਸਭ ਸੱਚ ਹੈ। ਉਹ ਇਹਨਾਂ ਨੇ ਬੁੜੀਆਂ ਵੀ ਲੈ ਗਏ, ਦੇਸ਼ ਵੀ ਸਾਂਭ ਕੇ ਬਹਿ ਗਏ। ਇਹ ਮਿਥਿਆ ਮਿਥਿਆ ਕਰੀ ਗਿਆ, ਉਹ ਕਹਿੰਦੇ ਤੁਹਾਨੂੰ ਮਿਥਿਆ, ਉਹ ਸਾਨੂੰ ਤਾਂ ਸੱਚ ਹੈ। ਪਰ ਮਹਾਰਾਜ ਨੇ ਕੀ ਕਿਹਾ? ਆਪ ਸਤ ਕੀਆ ਸਭ ਸਤ, ਤੇ ਇਸ ਪ੍ਰਭ ਤੇ ਸਗਲੀ ਉਤਪਤ। ਤੇ ਜਦੋਂ ਤੱਕ ਸੰਸਾਰ ਤੇ ਰਹਿਣਾ ਤੇ ਸਵੈ ਮਨ ਨੂੰ ਉੱਚਾ ਕਰਕੇ ਦਿਨ ਕੱਟਣੇ ਆ। ਇਸ ਤਰ੍ਹਾਂ ਦੀਆਂ ਗੱਲਾਂ ਨਹੀਂ। ਸੋ ਇਸ ਕਰਕੇ ਢਾਡੀ ਸਿੰਘ ਜ਼ਿਲ੍ਹੇ ਫੇ ਵੀਰ ਰਸ ਦੀਆਂ 12 ਗਾਉਂਦੇ ਆ, ਸੂਰਮਿਆਂ ਯੋਧਿਆਂ ਦੇ,
ਤੇ ਆਤਮਾ ਨੂੰ ਹਲੂਣਾ ਆਉਂਦਾ, ਮਨ ਚੋਂ ਕੈਰਪੁਣਾ ਜਿਹੜਾ ਕਮਜ਼ੋਰੀ ਹੈ ਉਹ ਨਿਕਲਦੀ ਹੈ। ਇਹ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਖਾਲਸਾ ਕਿਰਪਾ ਕਰ ਗਿਆ। ਤੇ ਜਿਹੜੇ ਹੁਣ ਹੰਸ ਕਵੀ ਨੂੰ ਮਹਾਰਾਜ ਨੇ ਹਾਥੀ ਦਿੱਤੇ, ਘੋੜੇ ਦਿੱਤੇ, ਕਿੰਨੀ ਮਾਇਆ। ਕਹਿੰਦੇ ਮਹਾਰਾਜ ਪਿਓ ਹਾਥੀ ਦਾ ਦਿੱਤੇ, ਪੱਠੇ ਦਿੱਤੇ ਕੌਣ ਪਾਊਗਾ? ਕਹਿੰਦੇ ਉਹ ਵੀ ਮੇਰੀ ਸੰਗਤ ਸੰਭਾਲਣ ਲਈ। ਕਹਿੰਦੇ ਉਹ ਵੀ, ਕਹਿੰਦੇ ਮਹਾਰਾਜ ਹੁਣ ਤੋਂ ਤੁਸੀਂ ਮਾਇਆ ਦਿੰਦੇ, ਫੇਰ ਕੌਣ ਦਊ ਤੁਹਾਤੋਂ ਬਾਅਦ? ਕਹਿੰਦੇ ਮੇਰਾ ਖਾਲਸਾ ਦਿਆ ਕਰੂ, ਕਮੀ ਨਹੀਂ ਰਹੂਗੀ। ਸੋ ਇਸ ਕਰਕੇ ਆਪਣੀਆਂ ਬਰਕਤਾਂ ਮਹਾਰਾਜ ਰੱਖ ਗਏ ਆ, ਕਿਰਪਾ ਕਰਦੇ ਆ। ਹੁਣ ਢਾਡੀ ਸਿੰਘਾਂ ਤੋਂ ਪਿਆਰ ਦੇ ਨਾਲ 12 ਸਰਵਣ ਕਰਿਓ, ਤੇ ਜਿੰਨੇ ਕੁ ਬੈਠੇ ਆ ਨਾ ਉੱਠ ਕੇ ਨਾ ਜਾਇਓ। ਤੁਸੀਂ ਤਾਂ ਪੰਜਾਬੀ ਦੀ ਕਹਾਵਤ ਵਾਲੀ ਗੱਲ ਕਰਤੀ ਆ ਨਾ ਕਿ ਕਣਕ ਕਮਾਦੀ ਸੰਘਣੀ ਗੋਡੇ ਵੜਕ ਪਾ, ਤੇ ਜਿਹੜੀ ਮੱਕੀ ਆ ਬੇਰਲੀ ਆ ਬੰਦਾ ਵਿੱਚੋਂ ਰਜਾਈ ਲੈ ਕੇ ਨਿਕਲ ਜਾਏ। ਇੰਨਾ ਕਰੋਨੇ ਤੋਂ ਡਰ ਗਏ ਆ ਤੇ ਸੰਗਤ ਕਰਨੀ ਛੱਡੀ ਜਾਂਦੇ। ਇਹ ਬਾਣੀ ਪੜ੍ਹਨਾ, ਸੰਗਤ ਕਰਨਾ, ਇਹ ਨਾਮ ਜਪਣੇ, ਬਿਮਾਰੀਆਂ ਨਿਕਲਣੀਆਂ। ਆਪਣੇ ਯਤਨ ਨਹੀਂ ਚੱਲਦੇ ਹੁੰਦੇ। ਬਾਣੀ ਦਾ ਆਸਰਾ ਲਓ, ਨਾਮ ਦਾ ਆਸਰਾ ਲੈ ਕੇ ਸਰਬੱਤ ਦੇ ਭਲੇ ਅਰਦਾਸ ਕਰੋ। ਮਹਾਰਾਜ ਕਿਰਪਾ ਕਰੇਗਾ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅੱਗੇ ਅਸੀਂ ਜਹਾਜ਼ ਚੋਣ ਲਿਆ ਹੁੰਦਾ ਹਜ਼ੂਰੀ ਆ, ਸਾਨੂੰ ਦੇਖ ਕੇ ਲੋਕਾਂ ਨੇ ਕਹਿਣਾ। ਮੈਂ ਕਿਹਾ ਕੋਈ ਨਹੀਂ, ਥੋੜ੍ਹਾ ਟਾਈਮ ਹੈ, ਤੁਹਾਡੇ ਸਾਰੇ ਮੂੰਹ ਨੂੰ ਛਿੱਕਲੀ ਲੱਗ ਜਾਣੀ ਆ। ਗ੍ਰੰਥੀਆਂ ਨੇ ਗੱਲ 'ਚ ਪਰਨੇ ਪਾਉਣੇ, ਰਾਗੀਆਂ ਨੇ ਛੱਡ ਦਿੱਤੇ ਸੀ। ਆ ਜਿਹੜੇ ਸੰਪਰਦਾਇ ਇਹ ਤਾਂ ਰੱਖਦੇ ਸੀ, ਗ੍ਰੰਥੀ ਵੀ ਰਮਾਲ ਜਿਹਾ ਰੱਖਣ ਲੱਗ ਪਏ ਸੀ। ਤੇ ਹੁਣ ਆ ਸਾਰਿਆਂ ਨੂੰ ਅਲੱਗ ਹੈ ਨਾ ਜੀ, ਮਾਸਕ ਪਾਓ ਜੀ, ਕਰੋ ਜੀ। ਉਹ ਜਹਾਜ਼ ਕੇ ਬੀਬੀ ਮਾਸਕ, ਮੈਂ ਕਿਹਾ ਅਸੀਂ ਤਾਂ ਅੱਗੇ ਹੀ ਰੱਖਦੇ ਹਾਂ, ਤੁਸੀਂ ਨਵੇਂ ਲੱਗੇ ਰੱਖਣ। ਅਸੀਂ ਤਾਂ ਮੁੱਢ ਤੋਂ ਰੱਖਦੇ ਹਾਂ। ਆ ਤੁਹਾਡੀ ਮਾਸਕੀ ਜੀ ਤਾਂ ਇੰਨੀ ਕਿਹਾ, ਅਸੀਂ ਤਾਂ 2.5 ਗਜ ਦਾ ਪਰਨਾ ਗਲ 'ਚ ਰੱਖਦੇ ਹਾਂ। ਸੋ ਇਸ ਵਾਸਤੇ ਪਰਨਾ ਨਾਮ ਆਸਰੇ ਦਾ। ਹੱਥ ਪੂੰਝਣੇ ਆ, ਛਿੱਕ ਵਾਸੀ ਆਉਂਦੀ ਹੈ, ਹੱਥ ਨੂੰ ਸੂਚਾ ਜੁੱਠਾ। ਮਹਾਰਾਜ ਤਾਂ ਪਹਿਲੇ ਸਾਰਾ ਕੁਝ ਕਰ ਗਏ। ਜੇ ਆਪਾਂ ਮਹਾਰਾਜ ਦੇ ਬਚਨਾਂ 'ਤੇ ਰਹਿੰਦੇ ਤੇ ਆ ਮਾਸਕ ਮੂਸਕ ਜਿਹਾ ਹੁਣ ਕਰਨੇ ਹੀ ਨਾ ਪੈਂਦੇ, ਕਿਉਂਕਿ ਬਚਨ ਛੱਡ ਗਏ ਸੀ, ਗੁਰੂ ਕੀ ਮਰਜ਼ਾਦਾ ਤਿਆਗ ਗਏ ਸੀ। ਹੁਣ ਵੀ ਮਰਜ਼ਾਦਾ ਵਿੱਚ ਆ ਜਾਓ ਤੇ ਮਹਾਰਾਜ ਮਿਹਰ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।